ਅੱਜ ਦਾ ਵਿਚਾਰ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਬਲਬੀਰ ਜੰਡੂ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਮੇਰੇ ਸਹਿਯੋਗੀ ਬਲਵਿੰਦਰ ਜੰਮੂ ਜੀ ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀ, ਜਿਨ੍ਹਾਂ ਦਾ ਬੜਾ ਲੰਬਾ ਤਜਰਬਾ ਹੈ ਸਾਰਾ ਫੀਲਡ ਦਾ, ਔਰ ਉਹਨਾਂ ਨੇ ਖਾਸ ਕਰਕੇ ਸਿੱਖ ਰਾਜਨੀਤੀ ਹੈ ਜਿਹੜੀ ਤੇ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਾਰਾ ਇਤਿਹਾਸ ਹੈ ਉਸ ਨੂੰ ਬੜਾ ਨੇੜਿਓਂ ਵਾਚਿਆ ਹੈਗਾ ਤੇ ਜਿਹੜੀਆਂ ਘਟਨਾਵਾਂ ਉਤਰਾਅ ਚੜ੍ਹਾਅ ਆਉਂਦੇ ਰਹੇ ਉਹਨਾਂ ਨੂੰ ਬੜਾ ਨੇੜਿਓਂ ਦੇਖਿਆ ਹੈਗਾ। ਤੇ ਅੱਜ ਅਸੀਂ ਗੱਲ ਕਰਾਂਗੇ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਨਾ ਸ਼ਤਾਬਦੀ ਜਿਹੜੀ ਹੈ ਮਨਾਈ ਜਾ ਰਹੀ ਹੈ, ਔਰ ਉਸ ਦੇ ਸਮਾਗਮਾਂ ਦਾ ਆਰੰਭ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੇ ਅਖੰਡ ਪਾਠ ਧਰਾ ਕੇ ਕਰ ਦਿੱਤਾ। ਪਰ ਜਿਹੜਾ ਪਿਛਲੇ 100 ਸਾਲ ਲੰਘਿਆ ਤੇ ਜਿਹੜੇ ਉਤਰਾਅ ਚੜ੍ਹਾਅ ਆਏ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ, ਉਸ ਤੋਂ ਅੱਗੇ ਜਿਸ ਤਰ੍ਹਾਂ ਹੁਣ ਜਿਹੜਾ ਖਾਸ ਕਰਕੇ ਪਿਛਲੇ ਜਿਹੜੇ 10-15 ਸਾਲ ਅਸੀਂ ਦੇਖਦੇ ਹਾਂ, ਜਿਹਦੇ ਵਿੱਚ ਕਈ ਤਰ੍ਹਾਂ ਦੇ ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖ ਸੰਸਥਾਵਾਂ ਵਿੱਚ ਜਿਹੜੇ ਨਿਘਾਰ ਆਏ ਆ, ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਕਈ ਸਾਲਾਂ ਤੋਂ ਵਿਵਾਦਾਂ 'ਚ ਘਿਰੀ ਹੋਈ ਹੈ, ਚਾਹੇ ਉਹ ਘੁਟਾਲੇ ਹੋਣ, ਚਾਹੇ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਹੋਣ। ਤੇ ਹੁਣ ਜਿਹੜਾ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਹੈ 328 ਉਹ ਲਾਪਤਾ ਹੋਏ ਹੈ, ਤਾਂ ਉਸ ਮੌਕੇ ਦੇ ਉੱਤੇ ਉਹਨਾਂ ਹਾਲਤਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਸਥਾਪਨਾ ਸ਼ਤਾਬਦੀ ਮਨਾਈ ਜਾ ਰਹੀ ਹੈ। ਤੇ ਅਸੀਂ ਇਸ 'ਤੇ ਗੱਲ ਕਰਾਂਗੇ, ਔਰ ਨਾਲ ਦੀ ਨਾਲ ਜਿਸ ਤਰ੍ਹਾਂ ਇਹ ਸਾਰੇ ਵਰ੍ਹੇ ਦੇ ਅਗਲੇ ਜਿਹੜਾ ਤੋਂ ਸ਼ੁਰੂ ਹੋਣਾ ਜਿਹੜਾ ਜਨਵਰੀ ਤੋਂ, ਉਹਦੇ 'ਚ ਇਹ ਵਰ੍ਹਾ ਸਾਰਾ ਇਸ ਤਰ੍ਹਾਂ ਮਨਾਇਆ ਜਾਣਾ। ਤੇ ਨਾਲ ਦੀ ਨਾਲ ਇਹੀ ਸਮੇਂ ਦੇ ਦੌਰਾਨ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੋਣੀਆਂ, ਜਿਹਦੇ ਲਈ ਸਰਗਰਮੀਆਂ ਜਿਹੜੀਆਂ ਸ਼ੁਰੂ ਹੋ ਗਈਆਂ। ਤੇ ਅਸੀਂ ਅੱਜ ਦਾ ਜਿਹੜਾ ਸਵਾਲ ਆ ਉਹ ਇਸ ਨੂੰ ਲਵਾਂਗੇ ਕਿ ਕੀ ਇਹ ਸਾਰੇ ਸਮੇਂ ਤੋਂ ਜੋ ਕੁਝ ਪਿਛਲੇ 100 ਸਾਲ 'ਚ ਵਾਪਰਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦੇ ਜਿਹੜੇ ਕਰਤਾ ਧਰਤਾ ਹੈ, ਉਹਦੇ ਜਿਹੜੇ ਆਗੂ ਹੈ ਤੇ ਧਾਰਮਿਕ ਆਗੂ ਹੈ, ਜਿਹੜੇ ਖਾਸ ਕਰਕੇ ਤਖਤਾਂ ਦੇ ਜਿਹੜੇ ਜਥੇਦਾਰ ਹੈ, ਕਿ ਇਹ ਸਾਰੇ ਤੋਂ ਕੋਈ ਸਬਕ ਸਿੱਖ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜਾ ਉਹਦਾ ਖੁੱਸਿਆ ਹੋਇਆ ਵਕਾਰ ਹੈ, ਖੁੱਸੀ ਹੋਈ ਸ਼ਾਖ ਹੈ, ਖੁੱਸੀ ਹੋਈ ਮਰਿਆਦਾ ਹੈ, ਉਸ ਨੂੰ ਬਹਾਲ ਕਰਨ 'ਚ ਕਾਮਯਾਬ ਹੋਣਗੇ। ਤੇ ਜੰਮੂ ਜਿਸ ਤਰ੍ਹਾਂ ਹੁਣ ਸਾਰਾ ਇਹ ਸਥਿਤੀ ਬਣੀ ਹੈਗੀ ਹੈ ਤੇ ਜਿਹਦੇ ਵਿੱਚ ਸਥਾਪਨਾ ਸ਼ਤਾਬਦੀ ਮਨਾਈ ਜਾ ਰਹੀ ਹੈ ਤੇ ਬੜੀਆਂ ਕੁਰਬਾਨੀਆਂ ਨਾਲ ਜਿਸ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ, ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਂਦੀ ਆ, ਉਦੋਂ ਇੱਕ ਵੱਖਰਾ ਦੌਰ ਸੀਗਾ। ਉਦੋਂ ਦੇਸ਼ ਗੁਲਾਮ ਸੀਗਾ ਤੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਵਿੱਚ ਸੀਗੇ ਜੀ। ਉਹ ਦੌਰ ਦੇ ਵਿੱਚ ਪਹਿਲੀ ਜਿਹੜੀ ਲੜਾਈ ਹੈ ਉਹ ਮਹੰਤਾਂ ਦੇ ਖਿਲਾਫ ਸ਼ੁਰੂ ਹੋਈ ਸੀਗੀ ਤੇ ਉਹਦੇ ਵਿੱਚ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦਾ ਮਾਮਲਾ ਸੀਗਾ। ਉਹਦੇ ਵਿੱਚੋਂ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਬਣੀ ਜੀ। ਉਹ ਇੱਕ ਲੜਾਈ ਸੀਗੀ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਸਮੇਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ। 1920 ਦੀ ਜਿਹੜੀ 1920 ਦੀ ਤੋਂ ਪਹਿਲਾਂ ਦੀ ਗੱਲ ਹੈਗੀ ਆ। ਹੁਣ ਅਗਲਾ ਆ ਗਿਆ 2020 ਆ ਗਿਆ ਤੇ ਇਹ 1920 ਦੀ ਗੱਲ ਹੈਗੀ ਜੀ। 1920 ਦੇ ਵਿੱਚ 47 'ਚ ਦੇਸ਼ ਆਜ਼ਾਦ ਹੋਇਆ। ਉਹ ਤੋਂ ਪਹਿਲਾਂ ਇਹ ਲੜਾਈ ਜਿਹੜੀ ਚੱਲੀ। 5 ਸਾਲਾਂ ਬਾਅਦ ਇਹ ਜਿਹੜੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਕਾਇਦਾ ਜਿਹੜਾ ਸਰਕਾਰੀ ਮਾਨਤਾ ਜਿਹੜੀ ਪ੍ਰਾਪਤ ਹੋ ਗਈ ਤੇ ਸਰਕਾਰੀ ਤੌਰ ਤੇ ਕੰਮਕਾਜ ਹੋਣ ਲੱਗਾ, ਚੋਣਾਂ ਹੋਣ ਲੱਗੀਆਂ। ਇਹ ਇੱਕ ਦੌਰ ਸੀਗਾ ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਤੇ ਇਹਨਾਂ ਪ੍ਰਾਪਤੀਆਂ ਕਰਕੇ ਇਹਨਾਂ ਨੂੰ ਜਿਹੜੇ ਉਸ ਸਮੇਂ ਦੇ ਸੀਗੇ ਕਾਂਗਰਸ ਆਗੂ, ਉਹਨਾਂ ਕਿਹਾ ਵੀ ਆਜ਼ਾਦੀ ਦੀ ਪਹਿਲੀ ਲੜਾਈ ਜਿਹੜੀ ਆ ਅਸੀਂ ਜਿੱਤੀ ਹੈ। ਮਤਲਬ ਉਹਦੇ ਵਿੱਚ ਜਿਹੜਾ ਪੰਜਾਬ ਜਿਹੜਾ ਇਹਨੇ ਜਿਹੜਾ ਗੁਰਦੁਆਰਾ ਸੁਧਾਰ ਤੋਂ ਕੰਮ ਸ਼ੁਰੂ ਕੀਤਾ ਤੇ ਹੌਲੀ ਹੌਲੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਮੇਂ ਹੋਂਦ ਦੇ ਵਿੱਚ ਆਈ ਤੇ ਅੱਜ ਇਹਨੇ 100 ਸਾਲ ਜਿਹੜਾ ਇੱਕ ਦਿਨ ਪਹਿਲਾਂ ਪੂਰਾ ਕਰ ਲਿਆ। ਇਸ ਦੌਰਾਨ ਇਹਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਏ, ਇਹਨੇ ਵੱਖ-ਵੱਖ ਰੂਪ ਦੇਖੇ। ਪਹਿਲਾ ਇੱਕ ਰੂਪ ਸੀਗਾ, ਫਿਰ 47 ਤੋਂ ਬਾਅਦ ਦੂਜਾ ਰੂਪ ਸ਼ੁਰੂ ਹੁੰਦਾ ਹੈ, ਜਿਹਦੇ ਵਿੱਚ ਪਹਿਲਾਂ ਵੱਡੇ ਗ੍ਰੇਟਰ ਪੰਜਾਬ ਸੀਗਾ ਆਜ਼ਾਦੀ ਤੋਂ ਪਹਿਲਾਂ, ਉਹ ਹੁਣ ਆਜ਼ਾਦੀ ਤੋਂ ਬਾਅਦ ਉਹ ਨਾ ਰਿਹਾ। ਉਹਦੇ ਬਾਅਦ ਜਿਹੜਾ 66 ਦੇ ਵਿੱਚ ਹੋਰ ਪੰਜਾਬ ਛੋਟਾ ਹੋ ਗਿਆ। ਹੁਣ ਜਿਹੜਾ ਹਰਿਆਣੇ ਦੇ ਵਿੱਚ ਇੱਕ ਵੱਖਰੀ ਜਿਹੜੀ ਆ ਕਮੇਟੀ ਬਣ ਗਈ ਆ। ਇਵੇਂ ਜਿਹੜਾ ਇਹਦਾ ਰੂਪ ਜਿਹੜਾ ਨਾ ਬਦਲਦਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਢਾਂਚਾ ਹੀ ਬਦਲਦਾ ਰਿਹਾ। ਪਹਿਲਾਂ ਹੋਰ ਸੀ, ਫਿਰ ਹੋਰ ਸੀ, ਹੁਣ ਹੋਰ ਹੈਗਾ। ਇਹਦੇ ਨਾਲ ਜਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਇਹਦੀ ਸੁਤੰਤਰ ਹੋਂਦ ਹੋਇਆ ਕਰਦੀ ਸੀਗੀ, ਪਰ ਹੌਲੀ ਹੌਲੀ ਪਾ ਕੇ ਇਹ ਸਾਰਾ ਕੁਝ ਹੀ ਜਿਹੜਾ ਨਾ ਇੱਕ ਪਾਰਟੀ ਦੇ ਕਬਜ਼ੇ 'ਚ ਆ ਗਿਆ ਤੇ ਇਹਦੇ ਨਾਲ ਵਿਗਾੜ ਉਦੋਂ ਸ਼ੁਰੂ ਜ਼ਿਆਦਾ ਹੋਣ ਲੱਗੇ ਜਦੋਂ ਪਰਚੀ ਨਾਲ ਜਿਹੜਾ ਪ੍ਰਧਾਨ ਚੁਣਿਆ ਜਾਣ ਲੱਗਾ ਵੀ ਕਿਹਦੀ ਪਰਚੀ ਨਾਲ ਪ੍ਰਧਾਨ ਬਣਨਾ। ਉਹਦੇ ਨਾਲ ਜਦੋਂ ਉਹ ਤਾਂ ਜੰਮੂ ਜੀ ਅਕਾਲੀ ਦਲ ਦੇ ਪ੍ਰਧਾਨ ਦੀ ਪਰਚੀ ਹੁੰਦੀ ਸੀ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਹੋਣਾ ਤੋਂ ਬਾਅਦ ਇਹ ਰੁਝਾਨ ਸ਼ੁਰੂ। ਉਹਦੇ ਨਾਲ ਜਦੋਂ ਸਾਰਾ ਵਿਗਾੜ ਜਿਹੜਾ ਨਾ, ਜਿਹੜਾ ਡੈਮੋਕ੍ਰੇਸੀ ਸੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜਦੋਂ ਉਹ ਖਤਮ ਹੁੰਦੀ ਗਈ, ਜਦੋਂ ਬਹੁਤ ਸੈਂਟਰਲਾਈਜ਼ ਹੋ ਗਈ, ਉਦੋਂ ਬਹੁਤ ਸਾਰੇ ਵਿਗਾੜ ਜਿਹੜੇ ਇਹਦੇ 'ਚ ਆ ਗਏ। ਜੰਮੂ ਜੀ ਮੈਂ ਤੁਹਾਡੇ ਵੱਲ ਆਉਣਾ ਦੁਬਾਰਾ। ਸਿੱਧੂ ਸਾਹਿਬ, ਤੁਸੀਂ ਜਿਸ ਤਰ੍ਹਾਂ ਜੰਮੂ ਜੀ ਨੇ ਕਿਹਾ ਹੈਗਾ ਸਾਰੇ ਜਿਹੜੇ ਵਿਗਾੜ ਸ਼ੁਰੂ ਹੋਏ, ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਇੱਕ ਬਹੁਤ ਵੱਡਾ ਅਦਾਰਾ ਹੈਗਾ ਜਿਹੜਾ 101 111 ਜਿਹੜੇ ਹੈ ਵਿਦਿਅਕ ਅਦਾਰੇ ਚਲਾਉਂਦਾ ਹੈ ਔਰ 400 ਗੁਰਦੁਆਰੇ ਸਿੱਧੇ ਢੰਗ ਨਾਲ ਉਹਨਾਂ ਦੇ ਕੰਟਰੋਲ 'ਚ, ਉਹਨਾਂ 'ਚੋਂ 80 ਜਿਹੜੇ ਇਤਿਹਾਸਕ ਗੁਰਦੁਆਰੇ ਵੀ ਹੈ, ਤੇ ਜਿਸ ਤਰ੍ਹਾਂ ਦੇ ਵਿਗਾੜ ਪੈਦਾ ਹੋਏ ਆ, ਤੁਸੀਂ ਇਸ ਸ਼ਤਾਬਦੀ ਵਰ੍ਹੇ 'ਚ ਸ਼੍ਰੋਮਣੀ ਕਮੇਟੀ ਦੇ ਜਿਹੜੇ 100 ਸਾਲ ਲੰਘੇ ਤੇ ਅੱਗੇ ਆਉਣ ਵਾਲਾ ਕਿਸ ਤਰ੍ਹਾਂ ਦੇਖਦੇ ਹੋ ਸਾਰਾ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਇੱਕ ਐਕਸੀਡੈਂਟ ਦੇ ਲੈਵਲ ਤੇ ਹੀ ਹੋਂਦ 'ਚ ਆਈ, ਜਦੋਂ ਕਿ ਕਿਸੇ ਨੇ ਸੋਚਿਆ ਨਹੀਂ ਸੀ। ਸੋਚਿਆ ਇਹ ਸੀ ਵੀ ਦਲਿਤਾਂ ਨੂੰ ਅਸੀਂ ਐਂਟਰੀ 12 ਅਕਤੂਬਰ ਨੂੰ ਦਿਵਾਉਣੀ ਆ 1920 ਨੂੰ, ਤੇ ਉਹ ਐਂਟਰੀ ਲਈ ਉਹਨਾਂ ਦਾ ਪ੍ਰਸ਼ਾਦ ਅੰਦਰ ਪ੍ਰਵਾਨ ਹੋਵੇ, ਇਸ ਲਈ ਸਾਰੇ ਅੰਦਰ ਗਏ ਸੀ। ਅੰਦਰ ਸਾਰਾ ਇੰਨਾ ਰੌਲਾ ਪਿਆ ਵੀ ਮਹੰਤ ਛੱਡ ਕੇ ਭੱਜ ਗਏ, ਜਿਨ੍ਹਾਂ ਤੋਂ ਜਿਹੜੇ ਪਹਿਲਾਂ ਕਬਜ਼ਾ ਕੀਤਾ ਹੋਇਆ ਸੀ। ਉਦੋਂ ਪਿੱਛੋਂ ਫਿਰ ਇਹ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਤੇ ਜਾ ਵੜੇ। ਅਕਾਲ ਤਖਤ ਤੇ ਜਾ ਕੇ ਫਿਰ ਇਹਦਾ ਜਿਹੜਾ ਮੁੱਢ ਬੰਨਿਆ ਗਿਆ ਤਾਂ ਸਰਕਾਰ ਬੜੀ ਇੱਕੋਦਮ ਚਿੰਤਿਤ ਹੋ ਗਈ ਸਾਰੀ ਗੱਲ ਤੇ ਵੀ ਇਹ ਹੁਣ ਕਿਸ ਤਰ੍ਹਾਂ ਕੀਤਾ ਜਾਵੇਗਾ, ਵੀ ਇਹ ਤਾਂ ਆਪਦਾ ਕਬਜ਼ਾ ਕਰਨ ਦੇ ਚੱਕਰ 'ਚ ਆ ਗਏ ਸਾਰੇ, ਤੇ ਜਿਹੜੇ ਮਹੰਤ ਸੀ ਸਰਕਾਰ ਨਾਲ ਜੁੜੇ ਹੋਏ ਸੀਗੇ ਉਹ ਪਾਸੇ ਭੱਜ ਗਏ ਆ, ਤੇ ਸਰਬਰਾਹ ਹੁੰਦਾ ਸੀ, ਮੈਨੇਜਰ ਹੁੰਦਾ ਸੀ ਉਹਨਾਂ ਦਾ, ਸਰਕਾਰ ਵੱਲੋਂ ਅਪਾਇੰਟ ਕੀਤਾ ਹੋਇਆ। ਉਦੋਂ ਪਿੱਛੋਂ ਫਿਰ ਉਹਨਾਂ ਨੇ ਆਪਣੀ ਕਮੇਟੀ ਬਣਾਉਣੀ ਸ਼ੁਰੂ ਕਰਤੀ, ਇੱਕ 9 ਮੈਂਬਰੀ ਕਮੇਟੀ ਬਣਾਈ। ਤਾਂ ਫਿਰ ਲੱਗਿਆ ਵੀ ਇਹ ਲੋਕ ਫਿਰ ਇਕੱਠੇ ਹੋ ਰਹੇ ਆ ਸਿੱਖ ਉੱਥੇ, ਤਾਂ ਫਿਰ ਉਹਨਾਂ ਨੇ ਥੋੜ੍ਹੇ ਜਿਹਾ ਵਿੱਚ ਚੰਗੇ ਬੰਦੇ ਪਾ ਕੇ 36 ਮੈਂਬਰ ਕਮੇਟੀ ਬਣਾਤੀ। ਪਰ ਅੱਜ ਦੇ ਦਿਨ ਜਿਹੜਾ ਜ਼ਿਆਦਾ ਇੰਪਾਰਟੈਂਟ ਗੱਲ ਇਹ ਹੈ, 15 ਤੇ 16 ਜਿਹੜਾ ਨਵੰਬਰ 1920 100 ਸਾਲ ਹੋ ਗਿਆ, ਉਦੋਂ ਫਿਰ ਇਹਨਾਂ ਨੇ ਸਿੱਖ ਪੰਥ ਨੇ ਆਪਦੇ ਲੈਵਲ ਤੇ ਇੱਕ ਕਮੇਟੀ ਬਣਾਤੀ, 175 ਬੰਦਿਆਂ ਦੀ ਕਮੇਟੀ ਬਣਾਈ, ਪ੍ਰਤੀਨਿਧ ਕਮੇਟੀ ਬਣਾਈ। ਉਹਦੀ ਇਲੈਕਸ਼ਨ ਨਹੀਂ ਅਸੀਂ ਕਹਿ ਸਕਦੇ ਹੋਏ, ਪਰ ਉੱਥੇ ਚੁਣੀ ਗਈ ਮੌਕੇ ਤੇ। ਤਾਂ ਉਹ ਇਹ ਵੀ ਕੀਤਾ ਗਿਆ ਵੀ 36 ਅਸੀਂ ਕਾਹਨੂੰ ਪੰਥ ਵਿੱਚ ਫਰਕ ਪਾਉਣਾ, ਤੇ 36 ਜਿਹੜੇ ਸਰਕਾਰ ਲੈਵਲ ਤੇ ਕਮੇਟੀ ਬਣੀ ਸੀ ਉਹਨਾਂ ਨੂੰ ਵਿੱਚ ਮਿਲਾ ਲਿਆ ਗਿਆ। ਇਹ ਜਿਹੜੀ ਸ਼ੁਰੂਆਤ ਸੀ ਸਾਰੀ ਬਣਨ ਦੀ, ਇਹਨੇ ਫਿਰ ਲੜਾਈਆਂ ਲੜੀਆਂ। ਇਹਦੇ 'ਚੋਂ ਹੀ ਫਿਰ ਅਕਾਲੀ ਦਲ ਬਣਾਇਆ ਗਿਆ, ਗੁਰਦੁਆਰੇ ਹੋਰ ਮਹਾਨਤਾ ਤੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੈਦਾਵਾਰ, ਹਾਂ, ਉਹਦੇ ਪਿੱਛੋਂ ਨਿਕਲਿਆ। 2 ਮਹੀਨੇ ਮਗਰੋਂ ਉਹਨਾਂ ਨੇ ਬਣਾਇਆ ਸਾਰਾ। ਇਹ ਸਾਰਾ ਕੁਝ ਚੱਲਦਾ ਰਿਹਾ। ਫਿਰ ਇਹ ਲੜਾਈਆਂ ਜਿੰਨੀਆਂ 5 ਸਾਲ ਜਿੰਨਾ ਚਿਰ ਐਕਟ ਸਰਕਾਰ ਨੇ ਨਹੀਂ ਬਣਾਇਆ, ਤਾਂ ਸਰਕਾਰ ਨੇ ਰਿਕੋਗਨਾਈਜ਼ ਵੀ ਨਹੀਂ ਕੀਤਾ, ਉਹਨੂੰ ਮਾਨਤਾ ਵੀ ਨਹੀਂ ਦਿੱਤੀ। ਜਿਹੜਾ SGPC ਸੀਗੀ ਉਹਨੂੰ ਮਾਨਤਾ ਦਿੱਤੀ। ਮਾਨਤਾ ਦੇਣ ਵੇਲੇ ਉਹਨਾਂ ਨੇ ਇੱਕ ਆਪਣਾ ਐਕਟ ਲਿਆ ਕੇ ਰੱਖਤਾ। ਐਕਟ ਦੇ ਵਿੱਚ ਇਹ ਸੀ ਵੀ ਖਾਸ ਸਫਿਸਟੀਕੇਟਡ ਤਰੀਕੇ ਨਾਲ ਉਹਦੇ 'ਚ ਧਰਾਵਾਂ ਇਹੋ ਜਿਹੀਆਂ ਪਾਤੀਆਂ, ਜਿਵੇਂ ਚੋਣ ਦਾ ਅਧਿਕਾਰ ਸਰਕਾਰ ਕੋਲੇ ਹੋਊਗਾ, ਜੁਡੀਸ਼ੀਅਲ ਕਮਿਸ਼ਨ ਬਣਾਉਣ ਦਾ ਸਰਕਾਰ ਕੋਲੇ ਅਧਿਕਾਰ ਹੋਊਗਾ, ਚੋਣ ਕਮਿਸ਼ਨ ਬਣਾਉਣ ਦਾ ਅਧਿਕਾਰ, ਚੋਣ ਕਮਿਸ਼ਨ ਦਾ ਸਾਰਾ ਕੁਝ। ਇਸ ਕਿਸਮ ਦੇ ਜਿਹੜੇ ਸਾਰੇ ਅਦਾਰੇ ਆਪਦੇ ਕੋਲੇ ਰੱਖ ਲਿਆ ਕੰਟਰੋਲ। ਤਾਂ ਮੋਟੇ ਲੈਵਲ ਤੇ ਇਹ ਹੈ ਵੀ ਪਹਿਲਾ ਜਿਹੜਾ ਸੈਸ਼ਨ ਹੋਊਗਾ ਉਹਨੂੰ ਅੰਮ੍ਰਿਤਸਰ ਦਾ DC ਪ੍ਰਜ਼ਾਈਡ ਓਵਰ ਕਰੇਗਾ। ਇਸੇ ਕਰਕੇ ਜਦੋਂ ਐਕਟ ਲਾਗੂ ਹੋਇਆ, ਐਕਟ ਲਾਗੂ ਹੋਣ ਦੇ ਪਿੱਛੋਂ ਜਿਹੜੇ 1926 ਦੇ ਵਿੱਚ ਪਹਿਲੀ ਚੋਣ ਹੋਈ, ਤਾਂ ਉਹਦਾ ਜਿਹੜਾ ਅਜਲਾਸ ਹੋਇਆ ਤਾਂ ਉਹ ਮਿਊਨਿਸਪਲ ਕਮੇਟੀ ਦਾ ਜਿਹੜਾ ਹਾਲ ਸੀਗਾ ਵੱਡਾ, ਉੱਥੇ DC ਨੇ ਪ੍ਰਜ਼ਾਈਡ ਓਵਰ ਕੀਤਾ, ਬਾਹਰ ਹੋਇਆ ਸਾਰਾ, ਇਨੈਗੂਰੇਸ਼ਨ ਹੋਈ। ਇਸ ਕਰਕੇ ਸਾਰਾ ਕੁਝ ਇਹ ਉਸੇ ਵੇਲੇ ਦਾ ਚੱਲੀ ਆਉਂਦਾ। ਐਕਟ ਨੂੰ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਜਿਹੜਾ ਹੇਲੀ ਸੀ, ਉਹਨੇ ਖਾਸ ਕਰਕੇ ਧਰਾਵਾਂ ਪਾਈਆਂ ਇਹੋ ਜਿਹੀਆਂ ਵੀ ਇਹਨੂੰ ਕੰਟਰੋਲ ਕਿਵੇਂ ਕੀਤਾ ਜਾਵੇ। ਤਾਂ ਇੱਥੇ ਹੋਇਆ ਵੀ ਉਹ ਸਾਰੇ ਐਕਟ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਬੰਦੇ। ਅੱਧੇ ਜਿਹੜੇ ਮੰਨਣ ਨੂੰ ਤਿਆਰ ਸੀਗੇ ਉਹ ਤਿਆਰ ਸੀ, ਉਹ ਬਾਹਰ ਆ ਗਏ, ਤੇ ਜਿਹੜੇ ਮੰਨਣ ਨੂੰ ਤਿਆਰ ਨਹੀਂ ਸੀ ਕੁਝ ਲੀਡਰ, ਉਹ ਜੇਲ੍ਹ 'ਚ ਇੱਕ ਸਾਲ ਮਗਰੋਂ, ਡੇਢ ਸਾਲ ਮਗਰੋਂ ਬਾਹਰ ਆਏ। ਪਰ ਪਿੱਛੋਂ ਇਸ ਕਿਸਮ ਦੇ ਗਰੁੱਪ ਬਣ ਗਏ ਵੀ ਕਿਸੇ ਨੇ ਬੌਦਰ ਹੀ ਨਹੀਂ ਕੀਤਾ ਵੀ ਇਹ ਸਾਡੇ ਹੱਕ 'ਚ ਸੀ ਜਾਂ ਨਹੀਂ। ਤਾਂ ਇਲੈਕਸ਼ਨਾਂ ਹੁੰਦੀਆਂ ਰਹੀਆਂ। ਇਲੈਕਸ਼ਨਾਂ 1930 'ਚ ਹੋਈ, 1933 'ਚ ਹੋਈ, 1936 'ਚ ਹੋਈ। ਪਹਿਲਾਂ 3 ਸਾਲ ਬਾਅਦ ਹੁੰਦੀ ਸੀ? ਪਹਿਲਾਂ 3 ਸਾਲ ਬਾਅਦ 1939 'ਚ ਹੋਈ। 1944 ਤੱਕ ਇਹ ਇਲੈਕਸ਼ਨਾਂ ਜਿਹੜੀਆਂ ਸਾਰੀਆਂ ਠੀਕ ਹੁੰਦੀਆਂ ਰਹੀਆਂ। ਜਦੋਂ ਦੇਸ਼ ਆਜ਼ਾਦ ਹੋ ਗਿਆ ਉਦੋਂ ਬਾਅਦ ਫਿਰ 44 ਤੋਂ ਬਾਅਦ ਇਲੈਕਸ਼ਨਾਂ ਪਹਿਲੀ ਜਾ ਕੇ 55 'ਚ ਹੋਈ ਇਲੈਕਸ਼ਨ, ਫਿਰ 65 'ਚ ਹੋਈ। ਉਦੋਂ ਪਿੱਛੋਂ 1 ਸਾਲ ਹੋਰ ਹੋ ਕੇ 65 'ਚ ਹੋਈ। 65 ਤੋਂ ਬਾਅਦ ਫਿਰ ਦੂਜੀ ਇਲੈਕਸ਼ਨ 14 ਸਾਲ ਬਾਅਦ ਹੋਈ 79 ਦੇ ਵਿੱਚ, ਫਿਰ 17 ਸਾਲ ਬਾਅਦ 96 'ਚ ਹੋਈ। ਇਸ ਕਰਕੇ ਜਿਹੜਾ ਆਜ਼ਾਦ ਭਾਰਤ ਹੈ ਉਹਦੇ ਵਿੱਚ ਤਾਂ ਖਾਸ ਕਰਕੇ ਹੋਈ ਨਹੀਂ। ਇਹ ਕੰਟਰੋਲ ਹੈ ਜਿਹੜਾ ਸੈਂਟਰ ਕੋਲੇ, ਇਸ ਕਿਸਮ ਦਾ ਕੰਟਰੋਲ ਹੈਗਾ ਜਿਹੜਾ ਇਹ ਹੈ ਜਿਹੜਾ ਸਫਿਸਟੀਕੇਟਡ ਤਰੀਕੇ ਨਾਲ ਜਿਹੜਾ ਐਕਟ ਕੰਮ ਕਰਦਾ। ਇਹਦੀ ਜਿਹੜੀ ਜਮਹੂਰੀਅਤ ਦੀ, ਜੇ ਬਲਵਿੰਦਰ ਜੰਮੂ ਕਹਿ ਰਿਹਾ ਵੀ ਜਮਹੂਰੀਅਤ ਨਹੀਂ, ਜਮਹੂਰੀਅਤ ਨਾਲੋਂ ਜ਼ਿਆਦਾ ਦਿੱਲੀ ਸਰਕਾਰ ਨੇ ਇਸ ਐਕਟ ਨੂੰ ਅਕਾਲੀ ਦਲ ਨੂੰ ਕੰਟਰੋਲ ਕਰਨ ਲਈ ਵਰਤਿਆ, ਕਿਉਂਕਿ ਅਕਾਲੀ ਦਲ ਦੇ ਵਿੱਚ SGPC ਇੱਕ ਸਟੈਪਿੰਗ ਸਟੋਨ ਦੇ ਵੇਲੇ ਪੋਲਿਟਿਕਸ ਵਿੱਚ ਇੱਕ ਪੌੜੀ ਦੇ ਲੈਵਲ ਤੇ ਵਰਤਿਆ ਜਾ ਰਿਹਾ। ਤੁਸੀਂ ਇਹਦੇ
ਬਾਰੇ ਕੀ ਕਹਿਣਾ ਚਾਹੁੰਦੇ ਜੋ ਸਿੱਧੂ ਸਾਹਿਬ ਕਹਿ ਰਹੇ? ਸਿੱਧੂ ਸਾਹਿਬ ਬਿਲਕੁਲ ਇਹ ਹਿਸਟੋਰੀਕਲ ਤੱਥ ਨੇ, ਮਤਲਬ ਵੀ ਐਸਜੀਪੀਸੀ ਹੋਂਦ 'ਚ ਕਿਵੇਂ ਆਈ ਤੇ ਅੱਗੇ ਕਿਵੇਂ ਇਹ ਵੱਧਦੀ ਰਹੀ। ਇਹ ਠੀਕ ਹੈ, ਮਤਲਬ ਇਹਦੇ ਬਾਰੇ ਜਦੋਂ ਉਦੋਂ ਵੱਡਾ ਪੰਜਾਬ ਸੀਗਾ, ਉਦੋਂ ਕੇਂਦਰ ਮਤਲਬ ਉਹ ਚੋਣ ਕਰਾਉਂਦੀ ਸੀ, ਜਾਂ ਜਿਵੇਂ ਕਮਿਸ਼ਨ ਬਣਨਾ ਚੋਣਾਂ ਕਰਾਉਣ ਲਈ ਉਹ ਵੀ ਕੇਂਦਰ ਸਰਕਾਰ ਕਰਦੀ। ਮਤਲਬ ਪਹਿਲੀ ਮੀਟਿੰਗ ਜਿਹੜੀ ਇਹਨਾਂ ਕਿਹਾ ਵੀ ਡੀਸੀ ਕਰਦਾ, ਤੇ ਇਸ ਕਰਕੇ ਜਦੋਂ ਚੋਣ ਹੋਣੀ ਹੁੰਦੀ ਹੈ ਜਾਂ ਪਹਿਲੀ ਮੀਟਿੰਗ ਹੁੰਦੀ ਹੈ ਤਾਂ ਉਦੋਂ ਹੀ ਕੋਈ ਸਿੱਖ IAS ਨੂੰ ਉੱਥੇ ਲਾਇਆ ਜਾਂਦਾ ਅੰਮ੍ਰਿਤਸਰ ਦੇ ਵਿੱਚ। ਇਹ ਗੱਲਾਂ ਜਿਹੜੀਆਂ ਇਹ ਚੱਲਦੀਆਂ ਰਹੀਆਂ, ਪਰ ਇਹਦੇ ਜਦੋਂ ਆਜ਼ਾਦੀ ਤੋਂ ਬਾਅਦ ਜਿਹੜੀਆਂ ਚੋਣਾਂ ਦੇ ਵਿੱਚ ਵਿਗਾੜ ਜਿਹੜਾ ਨਾ, ਕੇਂਦਰ ਸਰਕਾਰ ਨੇ ਇਸ ਪਾਸੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਵੀ ਇਹ ਚੋਣਾਂ ਕਰਵਾਉਣੀਆਂ ਚਾਹੀਦੀਆਂ। ਕਈ ਸਾਰਾ ਮੰਗ ਚੱਲਦੀ ਰਹਿੰਦੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਉਹਦੀ SGPC ਬਣ ਗਈ ਹੁਣ, ਪਿਛਲੇ ਬਹੁਤ ਸਾਰੇ ਸਾਲਾਂ ਤੋਂ ਸਾਰਾ ਕੁਝ ਸ਼੍ਰੋਮਣੀ ਅਕਾਲੀ ਬਿਲਕੁਲ, ਤੇ ਇਸ ਕਰਕੇ ਉਹਨਾਂ ਦਾ ਵੀ, ਉਹਨਾਂ ਦੇ ਪਾਰਟ ਤੇ ਵੀ ਬੜਾ ਯਤਨ ਨਹੀਂ ਹੁੰਦਾ ਵੀ ਇਹ ਤੇ ਚੋਣਾਂ ਵੇਲੇ ਸਿਰ ਹੋਣੀਆਂ ਚਾਹੀਦੀਆਂ। ਚੋਣਾਂ ਵੇਲੇ ਸਿਰ ਨਾ ਹੋਣ ਕਰਕੇ ਕਈ ਵਿਗਾੜ ਜਿਹੜੇ ਆਏ। ਫਿਰ ਇਹ ਜਥੇਦਾਰ ਟੌਹੜਾ ਦੇ ਸਮੇਂ ਵੀ ਕਈ ਗੱਲਾਂ ਜਿਹੜੀਆਂ ਇਸ ਤਰੀਕੇ ਦੀਆਂ ਉੱਠਦੀਆਂ ਰਹੀਆਂ ਵੀ ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ। ਇੱਕ ਵਾਰੀ ਇੱਥੇ ਮੇਰਾ ਖਿਆਲ ਜਿਹੜਾ ਗੁਰਦੁਆਰਾ ਕੰਥਾਲਾ ਸਾਹਿਬ, ਇੱਥੇ ਇੱਕ ਸੈਮੀਨਾਰ ਹੋਇਆ ਸੀਗਾ, ਉਹਦੇ ਵਿੱਚ ਇਹਨਾਂ ਕਿਹਾ ਵੀ ਇਹ ਸਾਨੂੰ ਵਰਲਡ ਕਨਫੈਡਰੇਸ਼ਨ ਬਣਾਉਣੀ ਚਾਹੀਦੀ, ਤੇ ਉਦੋਂ ਡਾਕਟਰ ਖੜਕ ਸਿੰਘ ਹੁਣਾਂ ਨੇ ਇਹੋ ਜਿਹੀਆਂ ਤਜਵੀਜ਼ਾਂ ਲਿਆਂਦੀਆਂ ਸੀਗੀਆਂ। ਤੇ ਉਹਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਕਿਹਾ ਸੀ ਵੀ ਬਾਹਲਾ ਰੌਲਾ ਪਾਉਂਦੇ ਪਾਉਂਦੇ ਜਿਹੜਾ ਕੁਰਬਾਨੀਆਂ ਦੇ ਕੇ ਤੁਸੀਂ SGPC ਮਿਲੀ ਹੈ ਨਾ, ਇਹ ਵੀ ਨਾ ਖਵਾ ਲਿਓ। ਮਤਲਬ ਇਸ ਤਰੀਕੇ ਦੇ ਇਹਦੇ ਹੈਗੇ, ਮਤਲਬ ਇਹਦੇ ਬਾਰੇ ਵੀ ਇਹ ਰੱਖੀ ਜਾਵੇ, ਮਤਲਬ ਇਹਨੂੰ ਜਾਣ ਨਾ ਦਿੱਤਾ ਜਾਵੇ। ਹੁਣ ਇੱਕ ਨਵੀਂ ਮੰਗ ਜਿਹੜੀ ਹੋਰ ਉੱਠਣੀ ਸ਼ੁਰੂ ਹੋਈ ਹੈ ਵੀ ਇਹਦਾ ਕੰਟਰੋਲ ਜਿਹੜਾ ਨਾ ਉਹ ਜਿਹੜੀ ਕੇਂਦਰ ਸਰਕਾਰ ਦੀ ਥਾਂ ਦੇ, ਕਿਉਂਕਿ ਮੁੱਖ ਤੌਰ 'ਤੇ ਮਤਲਬ ਜ਼ਿਆਦਾ ਮੈਂਬਰ ਜਿਹੜੇ ਆ, ਮਤਲਬ 90% ਤੋਂ ਵੱਧ ਮੈਂਬਰ ਹੀ ਪੰਜਾਬ ਤੋਂ ਨੇ। ਇਸ ਕਰਕੇ ਇੱਕ ਪੰਜਾਬ ਦੇ ਸਰਕਾਰ ਦੇ ਤਹਿਤ ਹੋਣੀ ਚਾਹੀਦੀਆਂ ਇਹਦੀਆਂ ਚੋਣਾਂ। ਇਸ ਤਰੀਕੇ ਦੀ ਵੀ ਮੰਗ ਇੱਕ ਉੱਠਣ ਲੱਗੀ ਹੈਗੀ ਆ। ਉਹ ਪਤਾ ਨਹੀਂ ਕੀ ਰੂਪ ਲੈਂਦੀ ਹੈ, ਜਾਂ ਕੇਂਦਰ ਸਰਕਾਰ ਆਪਣਾ ਦਖਲ ਛੱਡੇਗੀ ਜਾਂ ਨਹੀਂ ਛੱਡੇਗੀ, ਇਹ ਦੇਖਣ ਵਾਲਾ ਹੋਏਗਾ। ਪਰ ਜਿਹੜਾ ਸਿਸਟਮ ਹੈ ਉਹ ਸ਼੍ਰੋਮਣੀ ਕਮੇਟੀ ਦਾ ਪਿਛਲੇ 2-3 ਦਹਾਕਿਆਂ ਦੇ ਵਿੱਚ ਖਾਸਾ ਨਿਘਾਰ ਵੱਧ ਗਿਆ। ਉਹਦੇ ਵਿੱਚ ਕਰਪਸ਼ਨ ਵੀ ਹੋਈ ਹੈ। ਸਭ ਤੋਂ ਜਿਹੜੀ ਗੱਲ ਹੈਗੀ ਵੀ ਜਿਹੜੀਆਂ ਪਾਵਨ ਬੀੜਾਂ ਨੇ ਉਹਨਾਂ ਦੇ ਲੈ ਕੇ ਮਤਲਬ ਬੜਾ ਰੌਲਾ ਪੈ ਰਿਹਾ। ਮਤਲਬ ਕਿਤੇ ਇੱਕ ਬੀੜ ਜਿਹੜੀ ਬੁਰਜ ਜਵਾਹਰ ਸਿੰਘ ਵਾਲਾ ਚੋਰੀ ਹੋਈ ਸੀ, ਮੇਰਾ ਖਿਆਲ ਹਿਸਟਰੀ ਦੇ ਵਿੱਚ ਪਹਿਲੀ ਬੀੜ ਬੁਰਜ ਜਵਾਹਰ ਸਿੰਘ ਵਾਲਾ 'ਚ ਚੋਰੀ ਹੋਈ ਸੀ। ਉਸ ਤੋਂ ਪਹਿਲਾਂ ਕਦੇ ਕੋਈ ਬੀੜ ਚੋਰੀ ਨਹੀਂ ਹੋਈ। ਉਹਨੂੰ ਲੈ ਕੇ ਪੰਜਾਬ ਦੇ ਵਿੱਚ, ਤੇ ਫਿਰ ਪੱਤਰੇ ਖਿਲਾਰਨ ਦੇ ਮਾਮਲੇ ਤੇ ਬੇਅਦਬੀ ਦੇ ਪੰਜਾਬ ਦੇ ਵਿੱਚ ਐਸਾ ਵਾਤਾਵਰਨ ਬਣਿਆ ਸੀ, ਐਸਾ ਮਾਹੌਲ ਬਣਿਆ ਸੀਗਾ ਕਿ ਕੋਈ 1 ਮਹੀਨਾ ਤਕਰੀਬਨ ਜਿਹੜੀ ਆ ਉਹ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸੀ ਪੰਜਾਬ ਦੇ ਵਿੱਚ ਰਹੀ। ਇਸ ਤਰੀਕੇ ਦਾ ਵੀ ਤਿੱਖਾ ਰੋਸ ਪੈਦਾ ਹੋਇਆ। ਤੇ ਹੁਣ 328 ਬੀੜਾਂ ਦਾ ਮਾਮਲਾ ਇਹਨੂੰ ਲੈ ਕੇ ਵੀ ਚੱਲ ਰਿਹਾ। ਤੇ ਇਹ ਜਿਹੜੇ ਮਾਮਲੇ ਸਾਰੇ ਜਿਹੜੇ ਨਗਾਰਾ ਹੈ, ਕਰਪਸ਼ਨ ਦਾ ਮਾਮਲਾ, ਬੀੜਾਂ ਦਾ ਮਾਮਲਾ, ਇਹ ਸਾਰੇ ਮੁੱਦੇ ਜਦੋਂ ਚੋਣਾਂ ਹੋਣਗੀਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ, ਇਹ ਬਕਾਇਦਾ ਤੌਰ ਤੇ ਉੱਠਣਗੇ। ਤੇ ਜਿਹੜਾ 100ਵਾਂ ਸਾਲ ਮਨਾ ਰਹੇ, ਸ਼ਤਾਬਦੀ ਮਨਾ ਰਹੇ, ਇਹਦੇ ਵਿੱਚ ਇਹ ਦੇਖਣ ਵਾਲੀ ਗੱਲ ਆ ਵੀ ਇਹਦੇ 'ਚ ਜਿਹੜੇ ਇਹਦੇ ਪੈਰੋਕਾਰ ਨੇ, ਜਿਹੜੇ ਇਹਦੇ ਉੱਪਰ ਕਾਬਜ਼ ਨੇ, ਉਹ ਕਿੰਨਾ ਕੁ ਸੁਧਾਰ ਕਰਦੇ ਆ, ਕਿੰਨਾ ਕੁ ਇਸ ਮਾਮਲੇ ਵੱਲ ਨੂੰ ਅੱਗੇ ਵਧਣਗੇ, ਜਾਂ ਭ੍ਰਿਸ਼ਟਾਚਾਰ ਐਵੇਂ ਜਿਹੜਾ ਇਹਦੇ 'ਚ ਜਾਰੀ ਰਹੇਗਾ। ਜਮੀ ਮਾਉਣਾ ਤੁਹਾਡਾ। ਇਹ ਸਿੱਧੂ ਸਾਹਿਬ, ਤੁਸੀਂ ਇਹ ਸਾਰੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਸਾਰੀ ਇਹਦੀ ਹਿਸਟਰੀ ਬਾਰੇ ਸਾਰੀ ਗੱਲ ਕੀਤੀ ਹੈ, ਔਰ ਵੈਸੇ ਵੀ ਤੁਸੀਂ ਹੁਣੇ ਹੀ ਇੱਕ ਸੈਮੀਨਾਰ ਵੀ ਕਰਵਾਇਆ ਜਿਹਦੇ 'ਚ ਇਸ ਤਰ੍ਹਾਂ ਦੇ ਸਾਰੇ ਮਾਮਲੇ ਵੀ ਉੱਠੇ ਹੈਗੇ ਆ, ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਹੁਣ ਵਿਗਾੜ ਸ਼੍ਰੋਮਣੀ ਕਮੇਟੀ 'ਚ ਇਸ ਵੇਲੇ ਹੈ, ਇਹਦੇ 'ਚ ਕਿਸ ਤਰ੍ਹਾਂ ਦੀਆਂ ਪੋਸੀਬਿਲਿਟੀਜ਼ ਹੈ, ਇਹਨਾਂ 'ਚ ਕੀ ਸੁਧਾਰ ਦੀ ਹੈ ਪੋਸੀਬਿਲਿਟੀ, ਜਾਂ ਇਹੀ ਤਾਕਤਾਂ ਫਿਰ ਇਹਨੂੰ ਇਸ ਤਰ੍ਹਾਂ ਹੀ ਚਲਾਉਣਗੀਆਂ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਵੀ 47 ਤੱਕ 20 ਸਾਲ ਬਣਦੇ ਆ। ਜੇ ਅਸੀਂ ਦੇਖੀਏ 20 ਸਾਲਾਂ ਦੇ ਵਿੱਚ 6 SGPC ਦੇ ਇਲੈਕਸ਼ਨ ਹੈ ਰੈਗੂਲਰਲੀ ਆਜ਼ਾਦੀ ਤੋਂ ਪਹਿਲਾਂ ਹੁੰਦੇ ਰਹੇ। ਉਦੋਂ ਬਾਅਦ ਜਿਹੜੇ 6 ਇਲੈਕਸ਼ਨ ਹੋਏ ਆ 70-73 ਸਾਲਾਂ ਦੇ ਵਿੱਚ ਦੀ, ਉਹ ਆਪਣੀ ਮਰਜ਼ੀ ਨਾਲ ਹੋਏ ਆ। ਇਹਦੇ ਵਿੱਚ ਫਰਕ ਹੈ ਜਿਹੜਾ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ। ਉਹ ਫਰਕ ਇਹ ਹੈ ਵੀ ਉਦੋਂ ਪਹਿਲਾਂ ਅੰਗਰੇਜ਼ਾਂ ਦਾ ਸਿੱਖ ਧਰਮ ਦੇ ਵਿੱਚ ਸਿੱਧਾ ਦਖਲ ਦਾ ਕੋਈ ਇੰਟਰਸਟ ਨਹੀਂ ਸੀਗਾ। ਉਦੋਂ ਪਿੱਛੋਂ ਜਿਹੜੀ ਸਾਡੀ ਇੱਥੇ ਰਾਸ਼ਟਰਵਾਦੀ ਸਰਕਾਰ ਆਈ, ਸਿੱਧੂ ਸਾਹਿਬ, ਜਿਹੜੇ 1947 ਤੋਂ ਪਹਿਲਾਂ ਚੋਣਾਂ ਹੋਈਆਂ ਉਹ ਸਾਰੀਆਂ ਟਾਈਮਲੀ ਹੋ ਜਾਂਦੀਆਂ? ਟਾਈਮਲੀ ਹੋਈਆਂ, ਸਾਰੀਆਂ ਹੋਈਆਂ, 3 ਸਾਲ ਦੇ ਟਾਈਮ ਨਾਲ ਹੋਈਆਂ। ਸਿਰਫ ਇੱਕ 44 ਤੋਂ ਲੈ ਕੇ ਉਦੋਂ ਬਹੁਤੀ ਗੜਬੜ ਹੋ ਗਈ ਸੀ, ਉਦੋਂ ਪਰ ਉਹ ਤਾਂ ਅੰਗਰੇਜ਼ ਚਲੇ ਗਏ ਨਾ, ਉਦੋਂ ਅੰਗਰੇਜ਼ ਚਲੇ ਗਏ। ਇਹ ਬਿਲਕੁਲ ਟਾਈਮਲੀ ਹੋਈਆਂ, ਰੈਗੂਲਰ ਹੋਈਆਂ, ਤੇ ਉਦੋਂ ਪਿੱਛੋਂ ਕੋਈ ਰੈਗੂਲਰ ਨਹੀਂ ਹੋਈ। ਸਵਾਲ ਇਹ ਹੈ, ਉਦੋਂ ਪਿੱਛੋਂ ਜਿਹੜੀ ਸਾਡੀ ਰਾਸ਼ਟਰਵਾਦੀ ਸਰਕਾਰ ਇੱਥੇ ਆਈ, ਨੈਸ਼ਨਲਿਸਟ ਸਰਕਾਰ ਕਾਂਗਰਸ ਦੀ ਆਈ, ਕਾਂਗਰਸ BJP ਕੋਈ ਵੀ ਆਇਆ, ਇਹ ਨੈਸ਼ਨਲਿਸਟ ਰਾਸ਼ਟਰਵਾਦੀ ਸਰਕਾਰਾਂ ਇਸ ਮਿਨੋਰਿਟੀ ਦੇ ਧਰਮ ਨੂੰ ਆਪਣੇ ਮੁਤਾਬਕ ਉਦੋਂ ਇਲੈਕਸ਼ਨ ਕਰਾਉਂਦੇ ਆ ਜਦੋਂ ਉਹਨਾਂ ਦਾ ਬੰਦਾ ਲੱਗਦਾ ਵੀ ਹਾਊਸ SGPC ਦਾ ਬਣਾ ਲੇਗਾ, ਜਿੱਤ ਕੇ ਆ ਜਾਏਗਾ। ਇਸ ਕਰਕੇ ਇਹ ਬਿਲਕੁਲ ਸਪਸ਼ਟ ਹੈ ਵੀ ਉਹਨਾਂ ਨੇ ਕੋਈ ਕੁਤਾਹੀ ਜਾਣਬੁੱਝ ਕੇ ਹੋਈ ਹੈ, ਕਿਸੇ ਇਸ ਤਰ੍ਹਾਂ ਕਰਕੇ ਨਹੀਂ ਕੀਤੀ ਵੀ ਉਹਨਾਂ
ਉਹਨਾਂ ਨੂੰ ਪਤਾ ਨਹੀਂ ਵੀ ਕਰਨਾ ਨਹੀਂ, ਇਸ ਕਰਕੇ ਇਹਨੂੰ ਟੂਲ ਦੇ ਲੈਵਲ ਤੇ ਵਰਤਿਆ। ਇਸੇ ਕਰਕੇ ਕੀ ਹੋਇਆ ਵੀ ਉਹ ਇਲੈਕਸ਼ਨ ਕਰਵਾਉਣੀ ਹੈ ਤਾਂ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਇਹ ਵਾਪਸ ਕਰੋ ਤਾਂ ਇਲੈਕਸ਼ਨ ਕਰਾਵਾਂਗੇ, ਇੱਥੇ ਜੇ ਤੁਸੀਂ ਇਲੈਕਸ਼ਨ ਕਰਾਉਣੀ ਹੈ ਤਾਂ ਅਸੀਂ ਅਕਾਲ ਤਖਤ ਉੱਤੇ ਆਹ ਕਰਾਂਗੇ, ਆਹ ਜਥੇਦਾਰ ਲਾਓ। ਇਹ ਸਾਰਾ ਕੁਛ ਉਦੋਂ ਬਾਅਦ ਇਹ ਜਿਹੜੀ ਬਾਂਹ ਮਰੋੜਨ ਦਾ ਤਰੀਕਾ ਇੱਕ ਨਾ ਉਹ ਇਨਡਾਇਰੈਕਟਲੀ ਚੱਲਦਾ ਰਹਿੰਦਾ। ਜਿਹਦੇ ਕੋਲ ਇਲੈਕਸ਼ਨ ਕਰਾਉਣ ਦਾ ਅਧਿਕਾਰ ਹੈ ਤਾਂ ਇਹਦਾ ਮਤਲਬ ਬਹੁਤ ਵੱਡਾ ਅਧਿਕਾਰ ਹੈ। ਇੱਕ ਚੀਜ਼ ਯਾਦ ਰੱਖਣ ਵਾਲੀ ਗੱਲਬਾਤ ਹੈ ਵੀ SGPC ਐਕਟ ਦੇ ਵਿੱਚ ਕੋਈ ਇਹੋ ਜਿਹੀ ਮੱਦ ਨਹੀਂ, ਧਾਰਾ ਨਹੀਂ ਵੀ ਇਲੈਕਸ਼ਨ ਜ਼ਰੂਰ ਕਰਵਾਉਣੀ ਹੈ। ਉਹਦੇ ਵਿੱਚ ਇਹ ਮੱਦ ਵੀ ਨਹੀਂ ਹੈ ਵੀ ਤੁਸੀਂ ਇਲੈਕਸ਼ਨ ਹਾਊਸ ਬਹੁਤ ਲੰਬਾ ਹੋ ਗਿਆ, ਬਹੁਤ 17 ਸਾਲ ਦਾ ਹੋ ਗਿਆ, ਇਹਨੂੰ ਡਿਜ਼ਾਲਵ ਕਰ ਦਿਓ, ਇਹ ਵੀ ਹੈ ਨਹੀਂ। ਨਹੀਂ ਤਾਂ ਇੱਥੇ ਇਹ ਵੀ ਜੇ ਇਲੈਕਸ਼ਨ ਹੈ ਜਿਹੜੀ ਅਸੈਂਬਲੀ ਇਲੈਕਸ਼ਨ ਹੈ ਵੀ ਉਹ 5 ਸਾਲ ਟੱਪ ਗਈ, ਉਦੋਂ ਪਿੱਛੋਂ ਤੁਸੀਂ ਪੰਚਾਇਤ ਇਲੈਕਸ਼ਨ ਸਾਰਾ ਹਰ ਇੱਕ ਅਦਾਰੇ ਦਾ ਉਦੋਂ ਪਿੱਛੋਂ ਪ੍ਰੈਜ਼ੀਡੈਂਟ ਰੂਲ ਲੱਗ ਜਾਂਦਾ ਜਾਂ ਸਰਕਾਰੀ ਅਫਸਰ ਆ ਉਹਦਾ ਕੰਟਰੋਲਰ ਹੋ ਜਾਂਦਾ। ਇੱਥੇ ਕੁਝ ਵੀ ਨਹੀਂ, ਉਹੀ ਬੰਦੇ ਚੱਲੀ ਆਉਂਦੇ ਆ, 17 ਸਾਲ ਚੱਲਦੇ ਰਹੇ ਆ। ਹੁਣ ਇੱਥੇ ਤੁਸੀਂ ਦੇਖ ਸਕਦੇ ਨਹੀਂ ਸਿਰ ਸਾਹਿਬ, ਇਹੀ ਕਾਰਨ ਨਹੀਂ ਕਿ ਫਿਰ ਇੰਨੇ ਨਿਘਾਰ ਜਿਹੜੇ ਧਾਰਮਿਕ ਸੰਸਥਾਵਾਂ ਚਾਹੇ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਚਾਹੇ ਜੋ ਸਥਿਤੀ ਅੱਜ ਅਸੀਂ ਦੇਖਦੇ ਹਾਂ ਬਹੁਤ ਵੱਡੇ ਨਿਗਾਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਕਾਰਨ ਇਹੀ ਤਾਂ ਨਹੀਂ ਜਿਹੜੇ ਚੋਣਾਂ ਸਮੇਂ ਸਿਰ ਨਾ ਹੋਣੀਆਂ? ਬਿਲਕੁਲ ਇਹੀ ਨਿਗਾਰ ਹੈ ਕਿਉਂਕਿ ਉਹ ਬਾਂਹ ਜਿਹੜੀ ਹੈ ਕਿ ਨਾ ਬੜੀ ਸਫਿਸਟੀਕੇਟਡ ਤਰੀਕੇ ਨਾਲ ਮਰੋੜਦੇ ਆ ਤੇ ਜਿਹਦੇ ਵਿੱਚ ਸਾਡੇ ਸਭ ਨੇ ਸਪਸ਼ਟ ਹੈ ਵੀ RSS ਦੇ ਚੀਫ ਨੇ ਕਿਹਾ ਸੀ ਵੀ ਇਹ ਨਾਨਕਸ਼ਾਹੀ ਕੈਲੰਡਰ ਅਸੀਂ ਲੱਗਣ ਨਹੀਂ ਦੇਣਾ, ਓਪਨ ਕਿਹਾ ਸੀ ਤੇ ਉਦੋਂ ਪਿੱਛੋਂ ਉਤਾਰ ਵੀ ਦਿੱਤਾ ਗਿਆ। ਇਹ ਸਾਰਾ ਕੁਝ ਉਹਨਾਂ ਦੇ ਕਹਿਣ ਦੇ ਮੁਤਾਬਕ ਦਾ। ਜਿਹੜਾ ਇਹਨਾਂ ਨੇ ਬੀੜਾਂ ਦੀ ਗੱਲ ਕਹੀ ਹੈ ਉਹ ਬੀੜਾਂ ਦਾ ਵੀ ਸਾਰਾ ਜਿਹੜਾ ਹੋਇਆ ਉਹਦੇ ਪਿੱਛੇ SGPC ਦਾ ਨਿਗਾਰ ਹੀ ਆ ਸਾਰਾ ਕੁਝ, ਉਹ ਸਿਆਸੀ ਗੱਲਬਾਤ ਹੈ। ਬੀੜਾਂ ਦੀ ਉਸ ਕਿਸਮ ਦੀ ਪ੍ਰੈਸਟੀਜ, ਉਸ ਕਿਸਮ ਦਾ ਸਿੱਖਾਂ ਵਿੱਚ ਮਾਨ ਮਰਜ਼ਾਦਾ ਨੂੰ ਥੋੜੀ ਜਿਹੀ ਠੇਸ ਲਾਉਣ ਦੀ ਜਿਹੜੀਆਂ ਵੈਸੇ ਵੀ ਚੱਲਦੀਆਂ ਰਹਿੰਦੀਆਂ। ਸ਼੍ਰੋਮਣੀ ਕਮੇਟੀ ਦੀ ਜਿਹੜੀ ਲੀਡਰਸ਼ਿਪ ਰਹੀ ਹੈ, ਜਿਸ ਤਰ੍ਹਾਂ ਹੁਣ 42ਵੇਂ ਪ੍ਰਧਾਨ ਹੈ ਜਿਹੜੇ ਗੋਬਿੰਦ ਸਿੰਘ ਲੌਂਗੋਵਾਲ ਹੋਣੀ ਨੇ, ਤਾਂ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ 1947 ਤੋਂ ਜਿੰਨੇ ਵੀ ਪਹਿਲਾਂ ਪ੍ਰਧਾਨ ਸੀਗੇ ਉਹਨਾਂ ਦਾ ਇੱਕ ਬੜਾ ਅੱਜ ਵੀ ਬਹੁਤ ਲੋਕ ਮਾਨ ਸਨਮਾਨ ਨਾਲ ਉਹਨਾਂ ਦਾ ਨਾਂ ਲੈਂਦੇ ਆ, ਸਤਿਕਾਰ ਨਾਲ ਲੈਂਦੇ ਆ। ਪਰ ਉਸ ਤੋਂ ਬਾਅਦ ਜਿਹੜੀ ਸਾਰੀ ਸਥਿਤੀ ਬਣੀ ਉਹਦੇ ਵਿੱਚ ਉਹ ਗੱਲ ਲੀਡਰਸ਼ਿਪ 'ਚ ਨਹੀਂ ਰਹੀ ਜਿਹੜੀ ਕਿ ਹੋਣੀ ਚਾਹੀਦੀ ਸੀ। ਤੁਸੀਂ ਇਹ ਦੇਖੋ ਵੀ ਉਦੋਂ ਪਹਿਲਾਂ ਪ੍ਰਧਾਨ ਰਹੇ ਆ ਉਹ ਕਮਿਊਨਿਸਟ ਪਾਰਟੀ ਦੇ ਲੀਡਰ ਵੀ ਪ੍ਰਧਾਨ ਰਹੇ ਆ, ਗਦਰੀ ਬਾਬੇ ਵੀ ਪ੍ਰਧਾਨ ਰਹੇ ਆ ਉੱਥੇ। ਜੇ ਤੁਸੀਂ ਦੇਖੋ ਉਹ ਤਾਂ ਕੋਈ ਜ਼ਰੂਰੀ ਨਹੀਂ ਸੀ ਕਿ ਅਕਾਲੀ ਦਲ 'ਚੋਂ ਹੀ ਹੋਵੇ। ਉਹਦੇ 'ਚ ਬਹੁਤੇ ਜਿਹੜੇ ਪਹਿਲੇ ਅਕਾਲ ਤਖਤ ਦੇ ਜਥੇਦਾਰ ਰਹੇ ਜਿਹੜੇ SGPC ਦੀ ਮਰਜ਼ੀ ਨਾਲ ਹੀ ਜਥੇਦਾਰ ਬਣੇ ਸੀ ਸਾਰੇ, ਤੇ ਉਹ ਸਾਰੇ ਗਦਰੀ ਬਾਬੇ ਸੀ ਤੇ ਨਾਲੇ CPI ਨਾਲ ਸੀ ਕਿ ਉਸ ਵੇਲੇ ਦੀ ਇੱਕ ਪਾਰਟੀ ਨਾਲ ਸੀ। ਇਹ ਕੋਈ ਡਿਸਟਿੰਕਸ਼ਨ ਨਹੀਂ ਸੀ ਤੇ ਉਹ ਬੜੇ ਇਮਾਨਦਾਰ ਵੀ ਰਹੇ ਸੀ ਸਾਰੇ ਇਸ ਕਿਸਮ ਕਰਕੇ। ਇਹ ਜਿਹੜਾ ਹੁਣ ਜਿਹੜਾ ਫਰਕ ਹੈ ਇਹ ਬਹੁਤ ਵੱਡਾ ਫਰਕ ਪੈ ਗਿਆ। ਇਹ ਜਿਹੜਾ ਹੁਣ ਅਕਾਲੀ ਦਲ ਨਹੀਂ ਹੈ, ਅਕਾਲੀ ਦਲ ਇਹਦੇ ਲਈ ਕੰਟਰੋਲ ਕਰਕੇ ਪੋਲੀਟਿਕਸ ਨੂੰ ਟੋਟਲ ਕੰਟਰੋਲ ਕਰਦਾ। ਇਹ ਇੱਕ ਟੂਲ ਹੈ ਪੋਲੀਟਿਕਸ ਕੰਟਰੋਲ ਕਰਨ ਦਾ, ਸਿੱਖ ਪੋਲੀਟਿਕਸ ਕੰਟਰੋਲ ਕਰਨ ਦਾ SGPC ਬਣ ਗਿਆ, ਜਿਹੜਾ ਕਿ ਇਸੇ ਕਰਕੇ ਇਹਦੇ ਵਿੱਚ ਵੱਡੇ ਸੁਧਾਰ ਚਾਹੀਦੇ ਆ। ਇਹਦੀ ਤੁਸੀਂ ਇੱਕ ਦੂਜੇ ਪਾਸੇ ਇੱਕ ਹੋਰ ਜਿਹੜਾ ਮਸਲਾ ਹੈ ਤਾਂ ਸ਼ਾਇਦ ਆਪਣੇ ਨੋਟਿਸ 'ਚ ਨਾ ਹੋਵੇ, ਉਹ ਇਹ ਹੈ ਵੀ ਇਹ ਜਿਹੜੀ ਗੁਰਦੁਆਰਾ SGPC ਹੈ ਇਹ ਇਸ ਪੈਟਰਨ ਤੇ ਭਰੀ ਹੈ ਵੀ ਜਿਵੇਂ ਅਸੀਂ ਕੋਈ ਪ੍ਰਾਪਰਟੀ ਨੂੰ ਮੈਨੇਜ ਕਰਨਾ ਹੈ। ਗੁਰਦੁਆਰੇ ਵਿੱਚ ਫੰਡ ਆ ਰਹੇ ਆ, ਗੋਲਕ ਆ ਰਹੀ ਹੈ, ਗੋਲਕ ਦੀ ਮੈਨੇਜਮੈਂਟ ਹੈ, ਉਹਨੂੰ ਕਿੱਥੇ ਲਾਉਣਾ ਹੈ, ਕੀ ਕਰਨਾ ਹੈ, ਇਸ ਨੂੰ ਅਸੀਂ ਸੈਕੂਲਰ ਮੈਨੇਜਮੈਂਟ ਕਹਿੰਦੇ ਆ। ਇਹ ਸੈਕੂਲਰ ਮੈਨੇਜਮੈਂਟ ਹੈ। ਧਰਮ ਦਾ ਜਿਹੜੀ ਸਫਿਸਟੀਕੇਸ਼ਨ ਹੁੰਦੀ ਹੈ ਉਹਦੇ ਧਰਮ ਦੇ ਵਿੱਚ ਹੋਰ ਗੱਲਾਂ ਹੁੰਦੀਆਂ, ਜਿਵੇਂ ਤੁਸੀਂ ਵੀ ਦਸਵੰਧ ਵੀ ਕੱਢਣਾ ਉਹਦੇ 'ਚੋਂ, ਤੁਸੀਂ ਉਹਦੇ ਵਿੱਚ ਲੰਗਰ ਵੀ ਚਾਲੂ ਕਰਨਾ, ਉਹਦੇ ਵਿੱਚ ਲੋਕਾਂ ਦੀ ਸੇਵਾ ਦਾ ਕੰਮ ਵੀ ਕਰਨਾ। ਇਹ ਸਾਰੀਆਂ ਜਿਹੜੀਆਂ ਹੁੰਦੀਆਂ ਸੈਕੂਲਰ ਮੈਨੇਜਮੈਂਟ ਵਿੱਚ ਨਹੀਂ ਆਉਂਦੀਆਂ, ਇਹ ਸੈਕੂਲਰ ਧਰਮ ਵਿੱਚ ਹੈਗੀਆਂ। ਇਹ ਵੱਡੇ ਸਾਰੇ ਗੱਲ ਖੜੇ। ਇਸ ਕਰਕੇ ਧਰਮ ਦਾ ਤੇ ਸੈਕੂਲਰ ਮੈਨੇਜਮੈਂਟ ਦਾ ਕਨਫਲਿਕਟ ਵੀ ਬਹੁਤ ਆਇਆ, ਜਿਹਦੇ ਕਰਕੇ ਅਕਾਲ ਤਖਤ ਦੀ ਪ੍ਰੈਸਟੀਜ ਨਹੀਂ ਹੋ ਰਹੀ ਤੇ ਇਹ SGPC ਦੀ ਪ੍ਰੈਸਟੀਜ ਉਹੀ ਮਾਨ ਮਰਜ਼ਾਦਾ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ। ਇਸ ਕਰਕੇ ਆਹ ਸਾਰੀਆਂ ਗੱਲਾਂ ਦੀ ਜਿਹੜਾ ਕਨਫਲਿਕਟ ਹੈ ਇਸ ਨੂੰ ਸਾਰੇ ਨੂੰ ਦੂਰ ਕਰਨ ਲਈ ਸਾਰੀ ਚੀਜ਼ ਦਾ ਓਵਰਹਾਲ ਕਰਨ ਵਾਲਾ ਇਹ ਬੜੀ ਸਮੱਸਿਆ ਵੀ ਇਹ ਸ਼ੁਰੂ ਕਰ ਦਿੰਦੇ ਆ। ਹੁਣ ਚੋਣ ਆਉਣ ਵਾਲੀ ਹੈ, ਚੋਣ ਹੈ ਤੇ ਗੁਰਦੁਆਰਾ ਕਮਿਸ਼ਨ ਹੈ ਜਿਹੜਾ ਉਹ ਫਿਰ ਨਾਮਜ਼ਦ ਕਰਤਾ ਜੱਜ ਨੂੰ, ਤੇ ਹੁਣ ਉਦੋਂ ਪਿੱਛੋਂ ਫਿਰ ਇਹ ਲੋਕ ਤਿਆਰ ਹੋ ਗਏ। ਸਿੱਧੂ ਆਉਣਾ ਤੁਹਾਡੇ ਵੱਲ ਲੱਗੇ ਇਹ ਜੰਮੂ, ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਹੈਗਾ, ਹੁਣ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਬਕਾਇਦਾ ਜਿਹੜੀ ਹੈ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਯੁਕਤੀ ਹੋ ਗਈ ਹੈ। ਜਸਟਿਸ SS ਸਰਾਓ ਜਿਹੜੇ ਹੈ ਸਾਰੋਂ ਉਹਨਾਂ ਦੇ ਬਕਾਇਦਾ ਚੇਅਰਮੈਨ ਲਾ ਦਿੱਤੇ ਗਏ ਹੈ ਚੋਣ ਕਮਿਸ਼ਨ ਦੇ, ਤਾਂ ਉਹ ਸਾਰੀ ਸਥਿਤੀ ਇੱਕ ਚੋਣਾਂ ਵਾਲੀ ਬਣੀ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਲੋਕ ਇਸ ਗੱਲ ਲਈ ਕੰਮ ਕਰ ਰਹੇ ਕਿ ਉੱਥੋਂ ਬਾਦਲ ਪਰਿਵਾਰ ਦਾ ਕਬਜ਼ਾ ਖਤਮ ਕੀਤਾ ਜਾਵੇ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸੁਧਾਰ ਹੋ ਸਕਦਾ, ਤੇ ਉਹ ਆਪਣੇ ਤੌਰ ਤੇ ਲਾਮਬੰਦ ਵੀ ਹੋ ਰਹੇ, ਤੁਹਾਨੂੰ ਇਹ ਸਾਰੀ ਸਥਿਤੀ ਕਿਸ ਤਰ੍ਹਾਂ ਲੱਗਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਬਦਲਾਅ ਦੀ ਪੋਸੀਬਿਲਿਟੀ ਹੈ? ਜੇ ਬਦਲਾਅ ਦੀ ਪੋਸੀਬਿਲਿਟੀ ਹੈ ਤਾਂ ਕੀ ਕੋਈ ਸੁਧਾਰਾਂ ਦੀ ਵੀ ਅੱਗੇ ਸੰਭਾਵਨਾ ਬਣ ਸਕਦੀ ਹੈ, ਜਾਂ ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਤੇ ਫਿਰ ਰਾਜਨੀਤੀ ਉਸ ਤਰ੍ਹਾਂ ਹੀ ਆਪਣਾ ਕੰਮ ਕਰੇਗੀ? ਦੇਖੋ,
ਐਸਜੀਪੀਸੀ ਨੇ ਅਕਾਲੀ ਦਲ ਬਣਾਇਆ ਸੀਗਾ ਜੀ ਵਾਪਰ ਉਲਟ ਗਿਆ। ਹੁਣ ਅਕਾਲੀ ਦਲ ਐਸਜੀਪੀਸੀ ਤੇ ਕੰਟਰੋਲ ਕਰਦਾ ਹੈ। ਬਿਲਕੁਲ ਮਤਲਬ ਇਹ ਇੱਕ ਕਨਫਲਿਕਟ ਵਾਲਾ ਮਾਮਲਾ ਹੋ ਗਿਆ। ਹੁਣ ਵੀ ਜਿਹੜਾ ਇਹਨਾਂ ਨੇ ਜਿਹੜੇ 4-5 ਆਗੂ ਇਕੱਠੇ ਹੋਏ ਆ, ਜਿਨ੍ਹਾਂ 'ਚ ਸੁਖਦੇਵ ਸਿੰਘ ਢੀਂਡਸਾ ਹੈ, ਰਣਜੀਤ ਸਿੰਘ ਬ੍ਰਹਮਪੁਰਾ ਹੈ, ਉਹਦੇ ਨਾਲ ਅਕਾਲ ਤਖਤ ਦੇ ਸਾਬਕਾ ਜਥੇਦਾਰ ਨੇ ਇਹ ਆਪਣੇ ਭਾਈ ਰਣਜੀਤ ਸਿੰਘ, ਹੋਰ ਆਗੂ ਨੇ ਰਵਿੰਦਰ ਸਿੰਘ ਆ, ਜਾਂ ਇਹ ਮਤਲਬ ਇਹਨਾਂ ਨੇ ਇੱਕ ਦੋ ਗੱਲਾਂ ਕੀਤੀਆਂ। ਇਹਨਾਂ ਕਿਹਾ ਵੀ ਜਿਹੜਾ ਐਸਜੀਪੀਸੀ ਦੀ ਚੋਣ ਲੜੇਗਾ ਉਹ ਅਕਾਲੀ ਦਲ ਦੀ ਟਿਕਟ ਤੇ ਚੋਣ ਨਹੀਂ ਲੜੇਗਾ, ਐਮਐਲਏ ਰਾਜਸੀ ਚੋਣ ਨਹੀਂ ਲੜੇਗਾ। ਇਹਨਾਂ ਨੇ ਇੱਕ ਤੈਅ ਤਾਂ ਕਰ ਲਿਆ, ਇਹਦੇ ਤੇ ਪੂਰੇ ਉਤਰਦੇ ਕਿ ਨਹੀਂ, ਇਹ ਇੱਕ ਠੀਕ ਦਿਸ਼ਾ ਜ਼ਰੂਰ ਹੈਗੀ ਇਹਨਾਂ ਦੀ ਬਣਦੀ ਵੀ ਇੱਕ ਸਹੀ ਪਾਸੇ ਵੱਲ ਨੂੰ ਚੱਲਣ ਦਾ ਯਤਨ ਹੈਗਾ। ਕੁਐਸਚਨ ਇਹ ਹੈਗਾ ਅਕਾਲੀ ਦਲ ਦਾ ਜਿਹੜਾ ਪਹਿਲਾਂ ਵਾਲਾ ਦਬਦਬਾ ਨਹੀਂ ਰਿਹਾ, ਪਰ ਇਹਨਾਂ ਨੂੰ ਮੁਕਾਬਲੇ ਦੇ ਵਿੱਚ ਆਉਣ ਲਈ ਕਾਫੀ ਕੁਝ ਕਰਨ ਦੀ ਲੋੜ ਹੈ। ਜੇ ਸਰਬਸੰਮਤੀ ਨਾਲ ਨਹੀਂ ਬਿਲਕੁਲ ਵਿੱਚ ਸੀਗਾ, ਸਰਕਾਰ ਦੀ ਸਹਿਮਤੀ ਨਾਲ ਹੋਣਾ ਸੀਗਾ। ਹੁਣ ਸਹਿਮਤੀ ਤੋਂ ਬਿਨਾਂ ਹੋਇਆ, ਚੋਣ ਦੀ ਗੱਲ ਜਿਹੜੀ ਉਹ ਚੱਲੀ ਆ, ਤੇ ਇਹ ਜੇ ਇਹਦੇ ਤੇ ਕਾਫੀ ਇਹ ਜਿਹੜੇ 5 ਇਕੱਠੀਆਂ ਹੋਈਆਂ ਵੱਖ-ਵੱਖ ਧਿਰਾਂ ਸ਼ਖਸੀਅਤਾਂ ਜਿਹੜੀਆਂ ਇਕੱਠੀਆਂ ਹੋਈਆਂ, ਇਹ ਕਿੰਨਾ ਕੰਮ ਕਰਦੇ ਆ। ਇਹ ਜੇ ਇੱਕ ਲਹਿਰ ਬਣਾ ਲੈਣ ਤੇ ਇਹਨਾਂ ਨੂੰ ਸਫਲਤਾ ਮਿਲ ਸਕਦੀ ਹੈ। ਜੇ ਲਹਿਰ ਨਾ ਬਣੀ, ਇਹਨਾਂ ਕੋਲ ਇੱਕ ਬਦਲ ਨਾ ਬਣਿਆ, ਇਹ ਅਕਾਲੀ ਦਲ ਦੇ ਮੁਕਾਬਲੇ ਇੱਕ ਬਦਲ ਬਣਾਉਣਾ ਪਏਗਾ। ਜੇ ਉਹ ਬਦਲ ਬਣਾਉਣ 'ਚ ਕਾਮਯਾਬ ਹੋ ਸਕਦੇ ਤਾਂ ਇਹਨਾਂ ਨੂੰ ਐਸਜੀਪੀਸੀ 'ਚ ਮਦਦ ਮਿਲ ਸਕਦੀ ਹੈ। ਉੱਥੇ ਵੀ ਤਾਂ ਜੰਮੂ 'ਚ ਵੋਟਾਂ ਦਾ ਹੀ ਮਾਮਲਾ ਨਾ, ਜੇ ਵੋਟਾਂ ਜ਼ਿਆਦਾ ਬਣਾਉਣਗੇ ਤਾਂ ਹੀ ਨਹੀਂ, ਉਹ ਤਾਂ ਫਿਰ ਇਹਨਾਂ ਨੂੰ ਪੂਰਾ ਹੀ ਉਹਦੇ ਤੇ ਇਹ ਇੱਕ ਇਹਨਾਂ ਨੂੰ ਚੈਲੰਜ ਦੇ ਤੌਰ ਤੇ ਲੈਣਾ ਪਏਗਾ। ਜੇ ਐਸਜੀਪੀਸੀ ਤੋਂ ਕਬਜ਼ਾ ਹਟਾਉਣਾ ਕੋਈ ਆਸਾਨ ਨਹੀਂਗਾ। ਉਹਨਾਂ ਕੋਲ ਇੱਕ ਸਿੱਧਾ ਹਥਿਆਰ ਹੈ ਵੀ ਇਹ ਤਾਂ ਕਾਂਗਰਸ ਸਪਾਂਸਰਡ ਹੈ ਸਾਰਾ ਕੁਝ ਜੀ। ਉਹਦੇ ਨਾਲ ਸਿੱਖਾਂ ਨੂੰ ਲੱਗਣ ਲੱਗ ਜਾਂਦਾ ਵੀ ਵਾਕਈ ਕਿਤੇ ਸਾਡੇ ਤੇ ਕਬਜ਼ਾ ਤਾਂ ਨਹੀਂ ਹੋ ਰਿਹਾ। ਮਤਲਬ ਉਹ ਜਿਹੜਾ ਅੱਗੇ ਕਬਜ਼ਾ ਹੋਇਆ ਉਹਨੂੰ ਨਹੀਂ ਦੇਖਦੇ, ਮਤਲਬ ਇੱਕ ਇਸ ਕਿਸਮ ਦਾ। ਪਰ ਹੁਣ ਜਿਹੜੀ ਫਿਜ਼ਾ ਜਿਹੜੀ ਹੈ ਨਾ, ਪੰਜਾਬ ਦੀ ਬਦਲੀ ਹੋਈ ਹੈ। ਜਦੋਂ ਦਾ ਜਿਹੜੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਜੋ ਬੇਅਦਬੀ ਹੋਈ ਹੈ, ਉਸ ਤੋਂ ਬਾਅਦ ਇਹ ਵੀ ਬੀੜਾ 1900 ਜਿਹੜੀਆਂ 2016 ਦੀਆਂ ਲਾਪਤਾ ਨੇ, ਜਿਵੇਂ ਨੱਪ ਕੇ ਰੱਖਿਆ ਸਾਰਾ ਕੁਝ। ਜੇ ਇੱਕ ਇਸ਼ੂ ਬਣ ਜਾਂਦਾ ਵੱਡੇ ਪੱਧਰ ਤੇ ਇਹਦੇ 'ਚ ਅਕਾਲੀਆਂ ਲਈ ਇੱਕ ਤਗੜੀ ਮੁਸੀਬਤ ਖੜੀ ਹੋ ਸਕਦੀ, ਤੇ ਇਹ ਮਾਮਲਾ ਜਿਹੜਾ ਕਾਫੀ ਅੱਗੇ ਵੱਧ ਸਕਦਾ ਹੈ। ਸਰ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਜਿਹੜੀ ਹੁਣ ਚੋਣ ਆ ਰਹੀ ਹੈ ਤੇ ਉਹਦੇ 'ਚ ਜਿਸ ਤਰ੍ਹਾਂ ਲਾਮਬੰਦੀ ਹੋ ਰਹੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਸ਼ਤਾਬਦੀ ਜਿਹੜੀ ਸਥਾਪਨਾ ਦਾ ਉਹਨਾਂ ਦਾ ਵਰ੍ਹਾ ਹੈਗਾ, ਇਹਦੇ 'ਚ ਕੋਈ ਪੋਸੀਬਿਲਿਟੀ ਹੈ ਕਿ ਚੰਗੇ ਪਾਸੇ ਗੱਲ ਤੁਰੇਗੀ? ਦੇਖੋ ਜੀ, ਜਿੰਨਾ ਚਿਰ ਸਾਡੇ ਇੱਥੇ ਕੋਈ ਖਾਸ ਕਰਕੇ ਬੁੱਧੀਜੀਵੀ ਤੇ ਕਮਿਟਡ ਜਿਹੜੇ ਸਿੱਖ ਲੋਕ ਹੈ, ਉਹ ਅੱਗੇ ਆ ਕੇ ਇਸ ਕਿਸਮ ਦੀ ਕੋਸ਼ਿਸ਼ ਨਹੀਂ ਕਰਦੇ ਵੀ ਇਹਦੇ ਵਿੱਚ ਬੇਸਿਕ ਸੁਧਾਰ ਕੀਤੇ ਜਾਣ, ਤੇ ਜਿਹੜੀ ਇਹ ਸੱਤਾ ਤਬਦੀਲੀ ਹੈ ਵੀ ਇਹਨਾਂ ਦੀ ਥਾਂ ਤੇ ਬਾਦਲ ਜਾਂ ਬਾਦਲ ਵਰਗੇ ਹੋਰ ਬੰਦੇ ਆ ਜਾਣ, ਉਸ ਗਰੁੱਪ ਵਰਗੇ, ਕੋਈ ਲੰਬੀ ਚੌੜੀ ਤਬਦੀਲੀ ਨਹੀਂ ਆਏਗੀ, ਉਹਦੇ ਨਾਲ ਕੋਈ ਫਰਕ ਨਹੀਂ ਪਊਗਾ। ਤੇ ਇਹ ਜਿਹੜੇ ਬਲਵਿੰਦਰ ਜੰਮੂ ਕਹਿ ਰਹੇ ਆ ਵੀ ਇਹਦੇ ਨਾਲ ਹੁਣ ਨਵੇਂ ਪਾਸੇ ਉਹ ਜਿਹੜੇ ਬੰਦੇ ਇਧਰਲੇ ਪਾਸੇ ਇਲੈਕਸ਼ਨ ਲੜਨਗੇ ਉਹ ਸਿਆਸਤ 'ਚ ਨਹੀਂ ਆਉਣਗੇ। ਇਹ ਇੱਕ ਮਾਮੂਲੀ ਜੀ ਪੈਚ ਵਰਕ ਹੈ ਜਿਹੜੇ ਕਿ ਥੋੜ੍ਹਾ ਜਿਹਾ ਆਪਦਾ ਮੂੰਹ ਮੱਥਾ ਜਿਹਾ ਨਿਖਾਰ ਕੇ ਲੋਕਾਂ ਸਾਹਮਣੇ ਪੇਸ਼ ਕਰਨ ਦੀ ਗੱਲ ਹੈ। ਇਹਦੇ ਨਾਲ ਬੇਸਿਕ ਤਬਦੀਲੀ ਇਹ ਹੋਏਗੀ ਜਿਹੜਾ ਕਿ ਅਕਾਲ ਤਖਤ ਦਾ ਹੁਕਮਨਾਮਾ ਹਜੇ ਪਿਆ, ਜਿਹੜਾ ਕਿ 1920 ਦੇ ਵਿੱਚ ਜਾਰੀ ਕੀਤਾ ਸੀਗਾ 15 ਨਵੰਬਰ ਨੂੰ। ਤੇ ਉਹ ਕੀ ਹੁਕਮਨਾਮਾ ਹੈ ਜੀ? ਉਹ ਹੁਕਮਨਾਮੇ 'ਚ ਇਹ ਸੀ ਵੀ ਬੰਦੇ ਦੀ ਸਦਾਈ ਹੋਊਗੀ, ਜਿਹੜਾ ਉੱਥੇ ਜਾ ਕੇ ਅਕਾਲ ਤਖਤ ਤੇ ਪੇਸ਼ ਹੋਊਗਾ। ਜਾ ਕੇ ਇੱਥੋਂ ਤੱਕ ਹੈ ਸੁੰਦਰ ਸਿੰਘ ਮਜੀਠੀਆ ਨੇ ਵੀ ਸਾਰੀ ਗੱਲ ਉਹਨੂੰ ਪ੍ਰਧਾਨ ਬਣਾਇਆ ਤੇ ਉਸਨੇ ਸਾਰੀ ਆਪਦੀ ਸਦਾਈ ਕਰਾਈ ਉੱਥੇ ਜਾ ਕੇ ਸਾਰੀ। ਇਸੇ ਕਰਕੇ ਉੱਥੇ ਸਾਰੀ ਕਮਿਟਮੈਂਟ ਉਹ ਪੇਸ਼ ਹੋਣਗੇ, 5 ਪਿਆਰਿਆਂ ਦੇ ਸਾਹਮਣੇ ਪੇਸ਼ ਹੋਣਗੇ, ਤੇ ਉੱਥੇ ਉਹ ਬੰਦਾ ਮੈਂਬਰ ਬਣੂਗਾ ਐਸਜੀਪੀਸੀ ਦਾ ਜਿਹੜਾ ਧਾਰਮਿਕ ਲੈਵਲ ਤੇ ਅਮਰਧਾਰੀ ਹੋਵੇ, ਨਿਤਨੇਮੀ ਹੋਵੇ, ਦਸਵੰਧ ਕੱਢਦਾ ਹੋਵੇ। ਇਹ ਸਾਰੀਆਂ ਗੱਲਾਂ ਉਹਦੇ 'ਚ ਪੁਆਇੰਟ ਵਾਈਜ਼ ਲਿਖੀਆਂ ਹੋਈਆਂ, ਤੇ ਇਹ ਗੱਲਾਂ ਹੁਣ ਸਿੱਖਾਂ ਦੇ ਉਹ ਹੁਕਮਨਾਮੇ 'ਚ ਪਈਆਂ। ਜੇ ਕੋਈ ਲੋਕ ਹੁਕਮਨਾਮਾ ਜਾਰੀ ਕਰਾਉਣਗੇ ਤਾਂ ਇਹਦੇ ਵਿੱਚ ਬੇਸਿਕ ਸੁਧਾਰ ਹੋਏ ਬਗੈਰ ਕੰਮ ਚੱਲਣਾ ਨਹੀਂ। ਪਰ ਹੁਣ ਹੁਕਮਨਾਮੇ ਦਾ ਸਿਰਫ ਉਨਾ ਅਸਰ ਨਹੀਂ ਜਿਸ ਤਰ੍ਹਾਂ ਪਹਿਲਾਂ ਅਕਾਲ ਤਖਤ ਤੋਂ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਸੀ ਉਹ ਸਾਰੀ ਸਿੱਖ ਸੰਗਤ ਮੰਨਦੀ। ਦੇਖੋ ਧਾਰਮਿਕ ਲੈਵਲ ਉੱਤੇ ਤਾਂ ਫਿਰ ਇਹਨਾਂ ਨੂੰ ਜਿਹੜਾ ਜੇ ਸਿੱਖ ਕਰਨਗੇ ਤਾਂ ਜਿਵੇਂ ਅਕਾਲੀ ਦਲ ਬਾਦਲ ਦਾ ਥੋੜ੍ਹਾ ਜਿਹਾ ਉਹ ਕੋਈ ਗੱਲ ਨਹੀਂ ਚੱਲੂਗੀ। ਐਂਟੀ ਕਾਂਗਰਸਿਜ਼ਮ ਨਾਲ ਬਹੁਤ ਉਹਨੇ ਪੋਲਿਟਿਕਸ ਕਰ ਲਈ ਹੈ, ਬੜੇ ਸਾਲ ਕਰ ਲਈ ਹੈ ਖੜਾ ਕਰਕੇ। ਹੁਣ ਇਹ ਐਂਟੀ ਕਾਂਗਰਸਿਜ਼ਮ ਇਹ ਠੀਕ ਕਹਿ ਰਿਹਾ ਵੀ ਉਹ ਨਹੀਂ ਚੱਲਣੀ। ਦੂਜੀ ਗੱਲ ਇਹ ਵੀ ਨਹੀਂ ਹੋਣੀ
ਵੀ ਉਹਨਾਂ ਦੀ ਕਿਸੇ ਗੱਲ ਚੱਲੇ, ਪਰ ਦੂਜਿਆਂ ਦੇ ਉੱਤੇ ਵੀ ਚੈੱਕ ਰੱਖਣ ਵਾਲਾ, ਕਿਉਂ ਸਾਰੇ ਉਸੇ ਅਕਾਲੀ ਦਲ ਦੀ ਉਹ ਪ੍ਰੋਡਕਟ ਹੈ, ਉਸ ਅਕਾਲੀ ਦਲ ਨਾਲ ਹੀ ਬਾਦਲ ਅਕਾਲੀ ਦਲ ਨਾਲ ਹੀ ਕੰਮ ਕਰ ਰਹੇ ਆ ਜਿਹੜੇ ਹੁਣ ਦੂਜੇ ਇਕੱਠੇ, ਜਿਹੜਾ ਮੈਕੈਨਿਜ਼ਮ ਸਾਰਾ ਉਹਨਾਂ ਦੇ ਕੋਲ, ਮੈਕੈਨਿਜ਼ਮ ਸਾਰਾ ਉਹਨਾਂ ਦਾ, ਉਹ ਸਿਸਟਮ ਉਹਨਾਂ ਸਾਰਿਆਂ ਕੋਲੇ ਇੱਕ ਵੋਟ ਮਸ਼ੀਨਰੀ ਬਣਾਈ ਵੀ ਹੈ, ਇੱਕ VOTING ਪੈਟਰਨ ਖੜਾ ਕੀਤਾ ਵਾ, ਇਹ ਇਲੈਕਸ਼ਨ ਦੀ ਮਸ਼ੀਨਰੀ ਖੜੀ ਉਹਨਾਂ ਕੋਲੇ ਵੀ ਕੀਤੀ ਹੈ ਇਲੈਕਸ਼ਨ ਜਿੱਤਣ ਲਈ, ਇਸ ਕਰਕੇ ਉਹ ਵੀ ਮਾਹਰ ਹੈ। ਇਸ ਕਰਕੇ ਦੂਜੇ ਬੰਦਿਆਂ ਨੂੰ ਬਹੁਤ ਇਹਦੇ ਉੱਤੇ ਕੰਮ ਕਰਨਾ ਪਊ। ਅਸੀਂ ਸੈਮੀਨਾਰ ਵੀ ਇਸੇ ਕਰਕੇ ਕਰਾਇਆ ਤਾਂ ਕਿ ਇੱਕ ਆਈਡੀਆ ਲੈਵਲ ਤੇ ਜਨਰੇਟ ਹੋ ਕੇ ਗੱਲ ਦਾ ਪਤਾ ਲੱਗੇ ਬੇਸਿਕ ਪ੍ਰੋਬਲਮ ਕੀ ਆ। ਬੇਸਿਕ ਪ੍ਰੋਬਲਮ ਤੇ ਇਹਦੇ ਵਿੱਚ ਇਹ ਹੈ ਵੀ ਇੱਥੇ ਸਿੱਖ ਧਰਮ ਦੀ ਤੁਸੀਂ ਜਿਹੜਾ ਇਨਡਾਇਰੈਕਟ ਕੰਟਰੋਲ ਹੈ ਦਰਬਾਰ ਸਾਹਿਬ ਦਾ, ਜਿਹੜਾ ਕਿ ਅੰਗਰੇਜ਼ਾਂ ਨੇ ਬਾਕੀ ਆਉਣ ਸਾਰ 1850 ਦੇ ਵਿੱਚ ਪੰਜਾਬ 'ਚ ਨਾ ਇਸਲਾਮ ਦੇ ਕਿਸੇ ਅਦਾਰੇ ਉੱਤੇ ਕੰਟਰੋਲ ਰੱਖਿਆ, ਨਾ ਕਿਤੇ ਆਰੀਆ ਸਮਾਜੀਆਂ ਦੇ, ਨਾ ਹਿੰਦੂਆਂ ਦੇ, ਕਿਤੇ ਸਿੱਖਾਂ ਦੇ ਰੱਖਿਆ। ਉਹਨਾਂ ਨੂੰ ਪਤਾ ਸੀ ਵੀ ਇਹ ਇਹਨਾਂ ਦਾ ਸਰੋਤ ਹੈ, ਇਹ ਇਹਨਾਂ ਦਾ ਇੰਸਪੀਰੇਸ਼ਨ ਦਾ ਕੇਂਦਰ ਹੈ ਤੇ ਇੱਥੋਂ ਲੜਾਈ ਤੇ ਬਗਾਵਤ ਫੁੱਟ ਸਕਦੀ ਹੈ। ਇਸ ਕਰਕੇ ਉਹਨਾਂ ਨੇ ਆਪਦੇ ਕੰਟਰੋਲ 'ਚ ਰੱਖਿਆ ਸੀ। ਉਹੀ ਚੀਜ਼ ਹੁਣ ਚੱਲ ਰਹੀ ਹੈ, ਉਸੇ ਪੈਟਰਨ ਤੇ ਹੁਣ ਵੀ ਕੰਟਰੋਲ 'ਚ ਰੱਖਿਆ ਵਾ, ਹੁਣ ਵੀ ਇੰਡਾਇਰੈਕਟ ਕੰਟਰੋਲ। ਜੰਮੂ ਜੀ ਕੋਈ ਕਹਿਣਾ ਚਾਹੁੰਦਾ? ਜੰਮੂ ਮੈਂ ਕਿਹਾ ਉਹੀ ਪੈਟਰਨ ਜਿਹੜੀ ਇਹ ਗੱਲ ਅੱਗੇ ਉਹਨਾਂ ਵਧਾਈ, ਉਹੀ ਹੁਣ ਚੱਲ ਰਿਹਾ। ਉਹਦੇ ਤੇ ਇਨਡਾਇਰੈਕਟ ਵੇ ਨਾਲ ਜਿਹੜੀਆਂ ਫੋਰਸਸ ਹੈ ਉਹ ਕਬਜ਼ਾ ਕਰਨਾ ਚਾਹੁੰਦੀਆਂ, ਉਹਨੂੰ ਐਸਾ ਬਣਾਉਣਾ ਚਾਹੁੰਦੀਆਂ ਜੇ ਉਹ ਪਹਿਲਾਂ ਬਣਿਆ ਸੀ ਨਾ, ਵੀ ਪੰਜਾਬ ਦੇ ਵਿੱਚ ਕਿਸੇ ਚੀਜ਼ ਦਾ ਵੀ ਜਿਹੜਾ ਇਹ ਜਿਵੇਂ ਫੈਡਰਲ ਢਾਂਚੇ ਤੇ ਹਮਲੇ ਹੋਏ ਆ, ਵਿਰੋਧ ਕਰਨ ਦੀ ਇੱਕ ਤਾਕਤ ਹੈਗੀ ਆ। ਪੰਜਾਬ ਐਸਾ ਰੈਬਲ ਬਣ ਜਾਂਦਾ ਹੈ ਤੇ ਲੋਕ ਇਹਨਾਂ 'ਚ ਫਿਰ ਵੀ ਜ਼ਮੀਰ ਹੈਗੀ ਹੈ ਜਿਹੜੀ ਬਾਕੀ ਥਾਵਾਂ ਦੇ ਉੱਪਰ ਉਸ ਕਿਸਮ ਦੀ ਗੱਲ ਦੇਖਣ 'ਚ ਨਹੀਂ ਆਈ। ਮੇਰੇ ਖਿਆਲ ਟਾਈਮ ਵਾਲਾ ਇਸ਼ਾਰਾ ਜਿਹੜਾ ਉਹ ਜ਼ਿਆਦਾ ਆ ਰਿਹਾ। ਸੋ ਸਾਹਿਬ ਤੁਸੀਂ ਵੀ ਆਖਰੀ ਗੱਲ ਸੰਖੇਪ 'ਚ ਕਹਿ ਦਿਓ ਕਿਉਂਕਿ ਟਾਈਮ ਖਤਮ ਹੋ ਗਿਆ। ਬਸ ਮੈਂ ਇੰਨੀ ਗੱਲ ਕਹਿਣੀ ਆ ਵੀ ਇਸ ਦੇ ਬੇਸਿਕ ਜਿਹੜਾ ਇਸ ਦੇ ਐਕਟ ਵਿੱਚ ਸੁਧਾਰ ਕਰਨ ਦੀ ਲੋੜ ਹੈ। ਉਹਦੇ ਬਗੈਰ ਇਹ ਸਾਰੀ ਗੱਲ ਦਾ ਕੋਈ ਸੱਤਾ ਤਬਦੀਲੀ ਦਾ ਜਾਂ ਨਵੇਂ ਆ ਜਾਣਗੇ ਲੋਕ ਬਾਦਲ ਦੀ ਥਾਂ ਤੇ, ਉਹਦਾ ਕੋਈ ਫਰਕ ਨਹੀਂ ਪਏ। ਇੱਥੇ ਹੀ ਅਸੀਂ ਅੱਜ ਦੀ ਇਹ ਜਿਹੜੀ ਚਰਚਾ ਹੈਗੀ ਹੈ ਉਸ ਨੂੰ ਸਮਾਪਤ ਕਰਾਂਗੇ। ਅੱਜ ਦਾ ਵਿਚਾਰ ਪ੍ਰੋਗਰਾਮ 'ਚ ਅੱਜ ਸਾਡਾ ਜਿਹੜਾ ਮੁੱਖ ਵਿਸ਼ਾ ਸੀਗਾ ਕਮੇਟੀ ਜਿਹੜੀ ਸਥਾਪਨਾ ਸ਼ਤਾਬਦੀ ਮਨਾ ਰਹੀ ਹੈ ਕਿ ਉਸ ਦੇ ਵਿੱਚ ਕਿਸ ਤਰ੍ਹਾਂ ਦੀ ਕੋਈ ਪੋਸੀਬਿਲਿਟੀਜ਼ ਹੈ ਕਿ ਸ਼ਤਾਬਦੀ ਵਰ੍ਹੇ ਦੇ ਵਿੱਚ ਕੋਈ ਸੁਧਾਰ ਹੋਣ ਵੱਲ ਵੀ ਗੱਲ ਤੁਰ ਸਕਦੀ ਹੈ ਜਾਂ ਨਵੀਆਂ ਚੋਣਾਂ ਹੋਣ ਨਾਲ ਕੋਈ ਉੱਥੇ ਫਰਕ ਪੈ ਸਕਦਾ। ਜੋ ਕੁਝ ਇਸ ਵੇਲੇ ਵਾਦ ਵਿਵਾਦ ਉੱਥੇ ਛਿੜੇ ਹੋਏ ਆ ਉਹਨਾਂ ਦਾ ਸੁਧਾਰ ਹੋ ਸਕਦਾ। ਇੱਥੇ ਹੀ ਅਸੀਂ ਅੱਜ ਦੀ ਜਿਹੜੀ ਚਰਚਾ ਸਮਾਪਤ ਕਰਾਂਗੇ। ਇਹ ਦੇਖਾਂਗੇ ਹੁਣ ਕਿ ਜਦੋਂ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਕੀ ਵਾਪਰਦਾ। ਧੰਨਵਾਦ।